ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਸੁਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਸੋਇਨਾ ਰੂਪਾ ਸੰਚੀਐ, ਮਾਲ ਜਾਲ ਜੰਜਾਲ। ਸਭ ਜਗ ਮਹਿ ਦੋਹੀ ਫੇਰੀਐ, ਬਿਨ ਨਾਵੈ ਸਿਰ ਕਾਲ। ਪਿੰਡ ਪੜੈ ਜਿਉ ਕੇਲਸੀ, ਬਦ ਫੈਲੀ ਕਿਆ ਹਾਲ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 63 ਔਰ 64 ਦੇ ਉੱਪਰ ਸੁਭਾਇਮਾਨ ਹੈ। ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਅੱਠ ਪਦੇ ਬਖਸ਼ਿਸ਼ ਕੀਤੇ, ਜਿਨ੍ਹਾਂ ਦੇ ਵਿੱਚੋਂ ਪਹਿਲੇ 3 ਪਦਿਆਂ ਤੱਕ ਦੀ ਵਿਚਾਰ ਆਪ ਸੰਗਤ ਨੇ ਕੱਲ ਤੇ ਦੀਵਾਨਾਂ ਅੰਦਰ ਸਰਵਣ ਕੀਤੀ ਹੈ। ਰਹਿੰਦੇ ਸ਼ਬਦ ਦਾ ਪਾਠ ਆਪ ਸੰਗਤ ਨੇ ਹੁਣ ਸਰਵਣ ਕੀਤਾ ਹੈ, ਜਿਸ ਵਿੱਚ ਸਤਿਗੁਰੂ ਜੀ ਨੇ ਜੋ ਪ੍ਰਕਰਨ ਚੱਲ ਰਿਹਾ ਹੈ ਉਸੇ ਪ੍ਰਕਰਨ ਦੇ ਅਧੀਨ ਮਾਲਕ ਪਾਤਸ਼ਾਹ ਜੀ ਨੇ ਪਾਵਨ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ, ਜਿਸ ਵਿੱਚ ਸਤਿਗੁਰੂ ਜੀ ਨੇ ਰਹਾਉ ਦੀ ਪੰਕਤੀ ਬਖਸ਼ਿਸ਼ ਕੀਤੀ। ਭਾਈ ਰੇ ਭਵ ਜਲ ਬਿਖਮ ਡਰਾਓ, ਪੂਰਾ ਸਤਿਗੁਰ ਰਸ ਮਿਲੈ ਗੁਰ ਤਾਰੇ ਹਰ ਨਾਉ।
ਕਿ ਇਹ ਭਵਜਲ ਸਾਗਰ ਜਿਹੜਾ ਹੈ ਇਹਨੂੰ ਤਰਨਾ ਬਹੁਤ ਔਖਾ ਹੈ ਔਰ ਇਹ ਬੜਾ ਭਿਆਨਕ ਹੈ। ਸੰਸਾਰ ਸਮੁੰਦਰ ਬੜਾ ਡਰਾਉਣਾ ਹੈ, ਤਰਨਾ ਵੀ ਔਖਾ ਹੈ, ਡਰਾਉਣਾ ਵੀ ਹੈ। ਤੇ ਇਹਦੇ ਵਿੱਚੋਂ ਲੰਘਣ ਵਾਸਤੇ ਕੋਈ ਨਾ ਕੋਈ ਸਹਾਰਾ ਜ਼ਰੂਰ ਚਾਹੀਦਾ। ਫਿਰ ਉਸ ਸਹਾਰੇ ਦੀ ਗੱਲ ਕਰਦੇ ਵੀ ਜੇ ਕਿਤੇ ਪੂਰੇ ਸਤਿਗੁਰੂ ਜੀ ਕਾ ਮਿਲਾਪ ਹੋ ਜਾਏ ਤੇ ਗੁਰੂ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਦੇ ਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਰਹਾਉ ਦੀ ਪੰਕਤੀ ਦੇ ਵਿੱਚ ਜੋ ਸਤਿਗੁਰੂ ਜੀ ਨੇ ਬਾਤ ਕੀਤੀ। ਔਰ ਬਾਕੀ ਜਿਹੜਾ ਸਾਰਾ ਸ਼ਬਦ ਹੈ ਉਹਦੇ ਵਿੱਚ ਇਨਸਾਨ ਦੇ ਦੁਆਰਾ, ਮਨੁੱਖ ਦੇ ਦੁਆਰਾ ਜਿਹੜੇ ਕੀਤੇ ਹੋਏ ਯਤਨ ਨੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ, ਉਹਨਾਂ ਦਾ ਜ਼ਿਕਰ ਵੀ ਮਨੁੱਖ ਕੀ ਕਰ ਰਿਹਾ ਤੇ ਕਰਨਾ ਕੀ ਸੀ। ਵੀ ਰਸਤਾ ਕਿਹੜੇ ਤੇ ਤੁਰਨਾ ਸੀ ਤੇ ਚੱਲ ਕਿਹੜੇ ਰਾਹ ਤੇ ਪਿਆ। ਕਰਮ ਕੀ ਕਮਾਉਣਾ ਸੀ ਤੇ ਕਮਾਈ ਕੀ ਜਾਂਦਾ ਹੈ, ਬਸ ਉਹਨਾਂ ਦਾ ਜ਼ਿਕਰ ਕੀਤਾ। ਹੁਣ ਕਰਮ ਤੇ ਕਮਾਉਣਾ ਸੀ ਵੀ ਪੂਰਾ ਸਤਿਗੁਰ ਰਸ ਮਿਲੇ, ਗੁਰ ਤਾਰੇ ਹਰ ਨਾਮ। ਕਰਮ ਤੇ ਇਹ ਕਰਨਾ ਸੀ ਵੀ ਗੁਰੂ ਕਾ ਮਿਲਾਪ ਲੋਚਦੇ, ਗੁਰੂ ਕੇ ਮਿਲਾਪ ਨੂੰ ਹਾਸਲ ਕਰਦਾ ਤੇ ਹਾਸਲ ਕਰਕੇ ਗੁਰੂ ਦੇ ਮਿਲਾਪ ਤੋਂ ਤੇ ਗੁਰੂ ਕੀ ਬਖਸ਼ਿਸ਼ ਰੱਬ ਦੇ ਨਾਮ ਨੂੰ ਪ੍ਰਾਪਤ ਕਰਦਾ, ਭਵਜਲ ਤਰ ਜਾਂਦਾ। ਪਰ ਮਨੁੱਖ ਨੇ ਕੀਤਾ ਕੀ ਹੈ? ਸਤਿਗੁਰੂ ਜੀ ਕਹਿੰਦੇ ਮਨੁੱਖ ਕਰ ਰਿਹਾ ਹੈ ਸੋਇਨਾ ਰੂਪਾ ਸੰਚੀ ਹੈ। ਆ ਕੁਝ ਕਰ ਰਿਹਾ, ਸੋਨਾ ਇਕੱਠਾ ਕਰੀ ਜਾਂਦਾ ਹੈ, ਚਾਂਦੀ ਇਕੱਠੀ ਕਰੀ ਜਾਂਦਾ ਹੈ। ਸੰਚੀਆ ਮਤਲਬ ਇਕੱਠਾ ਕਰਨਾ, ਸੋਇਨਾ ਮਤਲਬ ਸੋਨਾ, ਰੂਪਾ ਮਤਲਬ ਚਾਂਦੀ। ਮਾਲ ਜਾਲ ਹੋਰ ਬਹੁਤ ਮਾਲ ਧਨ ਇਕੱਠਾ ਕਰੀ ਜਾਂਦਾ, ਜੰਜਾਲ ਹੈ। ਪਰ ਇਸ ਗੱਲ ਨੂੰ ਭੁੱਲ ਗਿਆ ਵੀ ਜਿਹੜਾ ਮਾਲ ਧਨ ਮੈਂ ਇਕੱਠਾ ਕਰ ਰਿਹਾ ਹਾਂ, ਇਹ ਮਾਲ ਧਨ ਜਿਉਣ ਵਾਸਤੇ ਨਹੀਂ ਹੈ, ਇਹ ਮਾਲ ਧਨ ਮੈਨੂੰ ਜਾਲ ਵਿੱਚ ਫਸਾਉਣ ਵਾਸਤੇ ਹੈ। ਮਾਲ ਧਨ ਮੇਰੇ ਜਿਉਣ ਵਾਸਤੇ ਨਹੀਂ ਹੈ, ਮੈਨੂੰ ਫਸਾਉਣ ਵਾਸਤੇ ਹੈ। ਜਿਵੇਂ ਸਤਿਗੁਰੂ ਜੀ ਬਾਣੀ ਵਿੱਚ ਜ਼ਿਕਰ ਕਰਦੇ ਆਖਦੇ ਨਾ ਕਿ ਜਿਹੜੀ ਮਛਲੀ ਹੈ ਉਹ ਮਛਲੀ ਦਰਿਆ ਦੇ ਵਿੱਚ ਕਹਿ ਲਓ, ਸਮੁੰਦਰ ਵਿੱਚ, ਜਿਸ ਵੀ ਪਾਣੀ ਦੇ ਸੋਮੇ ਵਿੱਚ ਰਹਿ ਰਹੀ ਹੈ, ਉੱਥੇ ਉਹ ਪਾਣੀ ਦੇ ਅੰਦਰ ਜਿਉਂਦੀ ਹੋਈ ਕਈ ਤਰ੍ਹਾਂ ਦੇ ਕੌਤਕ ਕਰਦੀ, ਕਈ ਕਲਾਬਾਜ਼ੀਆਂ ਕਰਦੀ। ਉਹ ਪਰ ਉਸੇ ਪਾਣੀ ਦੇ ਸੋਮੇ ਵਿੱਚ ਮਾਛੀ ਦੇ ਰਾਹੀਂ, ਮਛਵਾਰੇ ਦੇ ਰਾਹੀਂ ਇੱਕ ਕੁੰਡੀ ਸੁੱਟੀ ਜਾਂਦੀ ਹੈ ਜਾਂ ਜਾਲ ਪਾਇਆ ਜਾਂਦਾ। ਹੁਣ ਕਰੀ ਉਹ ਆਪਣੀਆਂ ਕਲਾਕ੍ਰਿਤੀਆਂ ਜਾਵੇ, ਉਹਨੂੰ ਕੋਈ ਨਹੀਂ ਰੋਕਦਾ। ਨਾ ਹੀ ਉਹਨੂੰ ਕੁੰਡੀ ਨੇ ਆਵਾਜ਼ ਮਾਰ ਕੇ ਕਿਹਾ ਵੀ ਆ ਜਾ ਤੂੰ ਮੇਰੇ ਕੋਲ ਆ, ਮੇਰੇ ਕੋਲ ਆ ਕੇ ਕਲਾ ਵਿਖਾ ਆਪਣੀ, ਨਹੀਂ, ਉਹ ਦੌੜੀ ਜਾਂਦੀ। ਉਹ ਦੌੜੀ ਗਈ, ਉਹਨੇ ਦੌੜੀ ਜਾਂਦੀ ਨੇ ਵੇਖਿਆ ਕੀ ਹੈ ਕਿ ਕੁੰਡੀ ਦੇ ਵਿੱਚ ਮਾਸ ਦੀ ਇੱਕ ਟੁਕੜੀ ਹੈ। ਲਾਲਚ। ਹੁਣ ਜਦੋਂ ਉਸ ਮਾਸ ਦੀ ਟੁਕੜੀ ਨੂੰ ਵੇਖਦੀ ਹੈ, ਉਹਨੂੰ ਖਾਣ ਵਾਸਤੇ ਅੱਗੇ ਹੋਰ ਵੱਧਦੀ। ਉਹਨੇ ਇਹ ਨਹੀਂ ਨਾ ਵਿਚਾਰਿਆ ਵੀ ਇਹ ਟੁਕੜੀ ਮੇਰੇ ਜਿਉਣ ਵਾਸਤੇ ਨਹੀਂ ਹੈ, ਸਗੋਂ ਮੇਰੀ ਮੌਤ ਹੈ। ਉਹਨੇ ਵਿਚਾਰਿਆ ਨਹੀਂ। ਜੇ ਵਿਚਾਰ ਲੈਂਦੀ ਤੇ ਬਚ ਜਾਣਾ ਸੀ। ਜੇ ਉਸ ਸਮੇਂ ਵਿਚਾਰ ਕਰ ਲੈਂਦੀ ਜਾਂ ਵਿਚਾਰ ਲੈਂਦੀ ਤੇ ਉਸ ਵਕਤ ਉਹਨੇ ਕਿਸੇ ਦਾ ਭੋਜਨ ਬਣਨ ਤੋਂ ਬਚ ਜਾਣਾ ਸੀ, ਆਪਣਾ ਉਸੇ ਤਰ੍ਹਾਂ ਜ਼ਿੰਦਗੀ ਜਿਉਣੀ ਜਾਂਦੀ।
ਇਸੇ ਤਰ੍ਹਾਂ ਮਨੁੱਖ ਦੀ ਹਾਲਤ ਬਣੀ ਹੋਈ ਹੈ ਕਿ ਇਨਸਾਨ ਦੇ ਲਈ ਨਾ ਪਾਈਆਂ ਹੋਈਆਂ ਕੁੰਡੀਆਂ ਹੀ ਨੇ ਬਸ। ਸੋਨਾ ਸੁੱਟਤਾ, ਚਾਂਦੀ ਸੁੱਟਤੀ, ਹੋਰ ਧਨ ਪਦਾਰਥ ਮਾਲ ਜੰਜਾਲ ਸੁੱਟਤੇ। ਇਨਸਾਨ ਨੂੰ ਭੁਲੇਖਾ ਹੈ ਵੀ ਮੈਂ ਇਹਨਾਂ ਕਰਕੇ ਜਿਉਣਾ, ਜਾਂ ਇਹ ਮੇਰੇ ਜਿਉਣ ਦਾ ਕਾਰਨ ਨੇ, ਇਹਨਾਂ ਨਾਲ ਮੈਂ ਜੀਵਤ ਹਾਂ। ਪਰ ਅਸਲ 'ਚ ਸੱਚ ਕੀ ਹੈ? ਉਹ ਮਾਸ ਦੀ ਟੁਕੜੀ ਵਾਲਾ ਹਾਲ ਹੈ ਵੀ ਇਹਨਾਂ ਜੰਜਾਲਾਂ ਵਿੱਚ ਐਸਾ ਫਸ ਜਾਂਦਾ ਹੈ ਕਿ ਮੁੜ ਕੇ ਨਾ ਤੇ ਇਹਨਾਂ ਝਮੇਲਿਆਂ ਚੋਂ ਨਿਕਲ ਹੁੰਦਾ, ਤੇ ਨਾ ਹੀ ਇਹਨਾਂ ਝਮੇਲਿਆਂ ਦੇ ਵਿੱਚ ਫਸਿਆ ਹੋਇਆ ਫਿਰ ਆਪਣੇ ਜੀਵਨ ਰੌ ਬਾਰੇ ਕੁਝ ਸੋਚ ਸਕਦਾ। ਵਿਚਾਰ ਹੀ ਨਹੀਂ ਸਕਿਆ, ਕੁਝ ਰਹਿ ਕਿੱਥੇ ਗਿਆ। ਸਤਿਗੁਰੂ ਜੀ ਨੇ ਇਸੇ ਕਰਕੇ ਆਖਿਆ ਨਾ ਵੀ ਇਨਸਾਨ ਦਾ ਜ਼ੋਰ ਲੱਗਾ ਹੋਇਆ ਸੋਨਾ ਇਕੱਠਾ ਕਰਨ ਵਿੱਚ, ਵੀ ਮੈਂ ਜੋੜ ਲਾਂ ਜਿੰਨਾ ਕੁ ਜੋੜਿਆ ਜਾਂਦਾ, ਰੁਪਾ ਇਕੱਠਾ ਕਰਨ ਵਿੱਚ, ਚਾਂਦੀ ਇਕੱਠੀ ਕਰਨ ਵਿੱਚ ਜ਼ੋਰ ਲੱਗਾ ਹੋਇਆ। ਇਨਸਾਨ ਕਿੰਨਾ ਸੁਚੇਤ ਹੋ ਕੇ, ਕਿੰਨਾ ਚੇਤਨ ਹੋ ਕੇ ਫਿਰ ਇਹਨਾਂ ਚੀਜ਼ਾਂ ਨੂੰ ਜੋੜਨ ਲੱਗਦਾ। ਸੋਨਾ ਜੋੜ ਦਾ ਖਿਆਲ ਰੱਖਦਾ ਹੈ ਕਿਤੇ ਕੋਈ ਨਕਲੀ ਹੋਈ ਨਾ ਦੇ ਦੇ। ਸੋਨਾ ਖਰੀਦਣ ਲੱਗਿਆਂ ਖਿਆਲ ਰੱਖਦਾ ਹੈ ਵੀ ਇਹਦੇ ਉੱਤੇ ਮੋਹਰ ਲੱਗੀ ਹੈ, ਵੀ ਇਹ ਸੱਚਮੁੱਚ ਅਸਲੀ ਹੋਈ ਹੈ। ਕਿੰਨਾ ਕੁਝ ਸੋਚਦਾ ਹੈ ਇਨਸਾਨ। ਪਰ ਸਾਹਿਬ ਕਹਿੰਦੇ ਵੀ ਅਸਲ ਵਿੱਚ ਹੈ ਕਿ ਮਾਲ ਜਾਲ, ਜਿੰਨਾ ਵੀ ਮਾਲ ਜਾਲ ਇਹਨੇ ਇਕੱਠਾ ਕੀਤਾ, ਜੰਜਾਲ। ਇਹ ਤੇ ਉਹ ਹਾਲਾਤ ਨੇ ਕਿ ਇਨਸਾਨ ਖੁਦ ਜਾ ਕੇ ਜਾਲ ਦੇ ਵਿੱਚ ਫਸ ਰਿਹਾ, ਜਿਹੜਾ ਜਾਲ ਮਾਇਆ ਨੇ ਵਿਛਾਇਆ ਹੋਇਆ। ਹੁਣ ਮਛਵਾਰੀ ਆ ਕੇ ਦਰਿਆ ਦੇ ਕਿਨਾਰੇ ਬਹਿ ਕੇ ਇਹ ਗੱਲ ਆਖੇ, ਬਈ ਆਓ ਮੱਛੀਓ ਮੈਂ ਤੁਹਾਨੂੰ ਜੀਵਨ ਦਾਨ ਬਖਸ਼ਿਸ਼ ਕਰਾਂਗਾ। ਜਿੰਨੀਆਂ ਵੀ ਮੱਛੀਆਂ ਨੇ ਉੱਥੇ ਉਸ ਪਾਣੀ ਦੇ ਸੋਮੇ ਵਿੱਚ ਆਵਾਜ਼ ਲਾ ਕੇ ਆਖੇ ਵੀ ਆਓ ਮੈਂ ਤੁਹਾਨੂੰ ਜ਼ਿੰਦਗੀ ਬਖਸ਼ਿਸ਼ ਕਰਾਂਗਾ, ਜੀਵਨ ਜਾਨ ਜਿਹੜਾ ਨਾ ਉਹ ਜੀਵਨ ਜਾਚ ਬਖਸ਼ਿਸ਼ ਕਰਾਂਗਾ, ਤੁਹਾਨੂੰ ਜਿਉਣ ਵਾਸਤੇ ਏਡੂ ਵੱਡਾ ਪਾਣੀ ਦਾ ਸੋਮਾ ਦਿਆਂਗਾ। ਤੇ ਮੱਛੀਆਂ ਆ ਕੇ ਮਛਵਾਰੀ ਨਾਲ ਮਿੱਤਰਤਾ ਕਰ ਲੈਣ, ਮਛਵਾਰੇ ਨਾਲ। ਜੇ ਮੱਛੀਆਂ ਮਛਵਾਰੇ ਨਾਲ ਮਿੱਤਰਤਾ ਕਰ ਲੈਣ ਤੇ ਨਤੀਜਾ ਕੀ ਨਿਕਲੇਗਾ? ਰਿਜ਼ਲਟ ਤੇ ਇਹੀ ਹੈ ਨਾ ਵੀ ਉਹਨੇ ਆਪਣੇ ਬਾਰੇ ਸੋਚਣਾ ਹੈ, ਉਹਨੇ ਮੱਛੀਆਂ ਬਾਰੇ ਨਹੀਂ ਸੋਚਣਾ। ਮਛਵਾਰਾ ਕਦੇ ਮੱਛੀਆਂ ਨਾਲ ਮਿੱਤਰਤਾ ਨਹੀਂ ਕਰਿਆ ਕਰਦਾ। ਮੱਛੀਆਂ ਭਾਵੇਂ ਉਹਦੇ ਬਾਤ ਉੱਤੇ, ਉਹਦੀ ਗੱਲ ਉੱਤੇ ਭਰੋਸਾ ਕਰਕੇ ਉਹਦੇ ਕੋਲ ਆ ਵੀ ਜਾਣ, ਪਰ ਉਹ ਕਦੇ ਮਿੱਤਰਤਾ ਨਹੀਂ ਕਰਦਾ। ਇਸੇ ਤਰ੍ਹਾਂ ਮਾਇਆ ਰੂਪੀ ਜਿਹੜਾ ਮਛਵਾਰੀ ਹੈ ਨਾ, ਮਛਵਾਰਾ ਹੈ ਜਿਹੜਾ, ਉਹਨੇ ਜਾਲ ਫਸਾਇਆ ਹੋਇਆ। ਤੇ ਅਸੀਂ ਕੀ ਆ? ਸਾਰੀਆਂ ਸੰਸਾਰ ਸਮੁੰਦਰ ਵਿਚਲੀਆਂ ਮੱਛੀਆਂ। ਮਾਇਆ ਸਾਨੂੰ ਨਿਤਾ ਪ੍ਰਤੀ ਆਵਾਜ਼ਾਂ ਲਾ ਲਾ ਕੇ ਕਹਿ ਰਹੀ ਹੈ ਵੀ ਆ ਜਾਓ, ਮੈਂ ਤੁਹਾਡੀ ਮਿੱਤਰ ਆ, ਮੈਂ ਤੁਹਾਨੂੰ ਜ਼ਿੰਦਗੀ ਦਿਆਂਗੀ, ਮੈਂ ਤੁਹਾਨੂੰ ਜੀਵਨ ਜਾਚ ਬਖਸ਼ਾਂਗੀ। ਔਰ ਅਸੀਂ ਉਹਦੇ ਭੁਲੇਖੇ 'ਚ ਪਏ ਵੀ ਹੋਏ ਆ। ਤੁਰੇ ਜਾਈਏ, ਜਿਸ ਪਾਸੇ ਨੂੰ ਲਾਵੇ ਉਧਰ ਨੂੰ ਤੁਰ ਜੀ। ਜਿਸ ਪਾਸੇ ਨੂੰ ਮਾਇਆ ਨੇ ਖਿੱਚਿਆ ਉਸ ਪਾਸੇ ਨੂੰ ਚਲੇ ਗਏ, ਜਿਸ ਪਾਸੇ ਨੂੰ ਉਹਨੇ ਆਵਾਜ਼ ਲਾਈ ਉਸ ਪਾਸੇ ਨੂੰ ਅਸੀਂ ਦੌੜ ਗਏ। ਅਸੀਂ ਇਹ ਨਹੀਂ ਕਹਿ ਸਕਦੇ ਵੀ ਹੁਣ ਅਸੀਂ ਮਾਇਆ ਦੇ ਜਾਲ ਵਿੱਚ ਨਹੀਂ ਆ, ਜਾਂ ਮਾਇਆ ਨੇ ਸਾਨੂੰ ਆਪਣੇ ਅਧੀਨ ਨਹੀਂ ਕੀਤਾ। ਉਹ ਜਿਸ ਪਾਸੇ ਆਵਾਜ਼ ਲਾਉਂਦੀ ਆ ਅਸੀਂ ਉਸੇ ਪਾਸੇ ਤੁਰੇ ਜਾਂਦੇ। ਅਸੀਂ ਮੱਛੀਆਂ ਨੇ ਮਛਵਾਰੇ ਨਾਲ ਮਿੱਤਰਤਾ ਕੀਤੀ ਹੋਈ ਹੈ, ਤੇ ਮਛਵਾਰੇ ਨਾਲ ਮਿੱਤਰਤਾ ਕਰਕੇ ਅਸੀਂ ਜ਼ਿੰਦਗੀ ਜਿਉਣ ਦੀਆਂ ਆਸਾਵਾਂ ਲਾ ਕੇ ਬੈਠੇ ਆ। ਜ਼ਿੰਦਗੀ ਜਿਉਣ ਦੀ ਆਸ ਆਪਣੇ ਮਨਾਂ 'ਚ ਰੱਖ ਕੇ ਬੈਠੇ ਆ ਕਿ ਸਾਡਾ ਜੀਵਨ ਬੜਾ ਲੰਮਾ, ਜੀਵਨ ਰੌ ਬੜੀ ਲੰਮੀ ਹੈ, ਜੀਵਨ ਸਾਡਾ ਬਹੁਤ ਸੁਖਾਲਾ ਤੇ ਬੜਾ ਲੰਮੇਰਾ ਹੈ। ਇਹ ਅਸੀਂ ਸੋਚ ਰੱਖੀ ਮਛਵਾਰੇ ਨਾਲ ਮਿੱਤਰਤਾ ਪਾ ਕੇ। ਨਤੀਜਾ ਕੀ ਨਿਕਲੇਗਾ? ਜਿੱਦਣ ਉਹਦਾ ਵਸ ਚੱਲ ਗਿਆ ਉਸੇ ਦਿਨ ਉਹਨੇ ਜਾਲ 'ਚ ਫਸਾ ਕੇ ਲੈ ਜਾ। ਤੇ ਅਸੀਂ ਜਾਲ ਵਿੱਚ ਜਕੜੇ ਹੋਏ ਆ। ਸਤਿਗੁਰੂ ਕਹਿੰਦੇ ਸਭ ਜਗ ਮਹਿ ਦੋਹੀ ਫੇਰੀ ਹੈ। ਸਾਰੇ ਜਗਤ ਵਿੱਚ ਦੋਹੀ ਫੇਰੀ ਹੋਈ ਹੈ। ਸਾਰੇ ਪਾਸੇ ਤੇਰਾ ਤੂੰ ਧਨ ਰੂਪ ਬਹੁਤ ਕੁਝ ਇਕੱਠਾ ਕਰ ਲਿਆ, ਦੌਲਤ ਬਹੁਤ ਇਕੱਠੀ ਕਰ ਲਈ, ਬੜਾ ਕੁਝ ਜੋੜ ਲਿਆ, ਤੇ ਸਾਰੇ ਜਗਤ ਦੇ ਵਿੱਚ ਤੇਰੀ
ਡੌਂਡੀ ਪਿੱਟੀ ਗਈ, ਮਤਲਬ ਤੇਰੇ ਨਾਂ ਦਾ ਢੋਲ ਵੱਜਦਾ ਹੋਵੇ। ਸਾਰਾ ਕੁਝ ਇਕੱਠਾ ਕੀਤਾ। ਇਕੱਠਾ ਕਰਨ ਤੋਂ ਬਾਅਦ ਚ ਤੈਨੂੰ ਇੰਨਾ ਕੁ ਜ਼ਿਆਦਾ, ਜਿਹਨੂੰ ਆਪਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ, ਮਾਲਕ ਦੀ ਜ਼ਿਕਰ ਕਰਦੇ ਆ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਇ ਨਾ ਸੁਝਈ, ਜੇ ਤਿਸ ਗੁਣ ਕੋਏ ਕਰੇ। ਸਭ ਜਗ ਮੈਂ ਦੋਹੀ ਫੇਰੀ ਐ। ਸਾਰੇ ਜਗਤ ਵਿੱਚ ਕੀ ਹੋ ਗਿਆ? ਦੋਹੀ ਫੇਰਦੀ ਆਪਣੇ ਨਾਮ ਦੀ। ਬਾਅਦ ਵਿੱਚ ਮਿਲਿਆ ਨਤੀਜਾ ਕੀ ਮਿਲਿਆ? ਕਹਿੰਦੇ ਬਿਨ ਨਾ ਵੈ ਸਿਰ ਕਾਲ, ਰੱਬ ਦੇ ਨਾਮ ਤੋਂ ਬਿਨਾਂ ਤੇ ਸਿਰ ਦੇ ਉੱਤੇ ਕਾਲ ਹੀ ਹੈ। ਮਤਲਬ ਨਾਮ ਤੋਂ ਬਿਨਾਂ ਤੇ ਤੇਰੀ ਡੋਂਡੀ ਪਟਵਾਈ ਹੋਈ, ਤੇਰੀ ਦੋਹੀ ਫੇਰਾਈ ਹੋਈ ਵੀ ਕਿਸੇ ਲੇਖੇ ਨਹੀਂ। ਜਿਵੇਂ ਆਪਾਂ ਸਤਿਗੁਰੂ ਜੀ ਕੀ ਬਾਣੀ ਦੇ ਪਾਵਨ ਬਚਨ ਪੜ੍ਹਦੇ ਆ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਣੀ, ਜੇ ਤਿਸ ਮਨਹੁ ਨਾ ਵਿਸਰੈ। ਜੋੜੀ ਚੱਲ ਧਨ ਦੌਲਤ। ਖੂਬ ਖਿਆਲ ਰੱਖਿਓ, ਗੁਰਬਾਣੀ ਨੇ ਸਾਨੂੰ ਧਨ ਦੌਲਤ ਤੋਂ ਮੁਨਕਰ ਹੋਣ ਨੂੰ ਨਹੀਂ ਆਖਿਆ। ਇੰਨੀ ਜ਼ਰੂਰ ਅਸੀਂ ਆਪਣੇ ਮਨਾਂ ਵਿੱਚ ਖਿਆਲ ਰੱਖੀਏ ਵੀ ਗੁਰਬਾਣੀ ਸਾਨੂੰ ਮੁਨਕਰ ਹੋਣ ਨੂੰ ਨਹੀਂ ਕਹਿੰਦੀ ਵੀ ਤੇਰੇ ਕੋਲ ਧਨ ਨਾ ਹੋਵੇ, ਤੇਰੇ ਕੋਲ ਦੌਲਤ ਨਾ ਹੋਵੇ, ਜ਼ਮੀਨ ਜਾਇਦਾਦ, ਸਾਰਾ ਕੁਝ ਹੋਣਾ ਚਾਹੀਦਾ। ਜਿੱਥੋਂ ਸ੍ਰੀ ਰਾਗ ਦੀ ਆਰੰਭਤਾ ਕਰਦੇ ਆ ਨਾ, ਆਰੰਭਤਾ ਵਿੱਚ ਹੀ ਸਤਿਗੁਰੂ ਜੀ ਉੱਥੇ ਅਮੀਰੀ ਦੀ ਬਾਤ ਕਰਦੇ ਵੀ ਸਾਰਾ ਕੁਝ ਹੋਣਾ ਚਾਹੀਦਾ ਮੇਰੇ ਕੋਲ। ਦੁਨੀਆ ਦੀ ਐਸੀ ਕੋਈ ਵਸਤੂ, ਦੁਨੀਆ ਦਾ ਐਸਾ ਕੋਈ ਪਦਾਰਥ ਨਾ ਹੋਵੇ ਜਿਹੜਾ ਮੇਰੇ ਕੋਲ ਨਾ ਹੋਵੇ। ਇੱਥੋਂ ਤੱਕ ਸਾਹਿਬ ਨੇ ਜ਼ਿਕਰ ਕੀਤਾ ਵੀ ਪਦਾਰਥ ਵੀ ਐਸੇ ਹੋਣ ਵੀ ਦੁਨੀਆ ਉਹਨਾਂ ਪਦਾਰਥਾਂ ਨੂੰ ਤਰਸਦੀ ਹੋਵੇ। ਹੁਣ ਜਿਹੜੇ ਮਹਿਲ ਦੀ ਗੱਲ ਸਤਿਗੁਰੂ ਜੀ ਕਰਦੇ, ਉੱਥੇ ਮੋਤੀਆਂ ਦੇ ਬਣੇ ਹੋਏ ਮਹਿਲ, ਹੀਰਿਆਂ ਦੇ ਬਣੇ ਹੋਏ ਮਹਿਲ, ਦੁਨੀਆ ਤੇ ਤਰਸਦੀ ਹੋਏਗੀ ਨਾ ਹੀਰਿਆਂ ਦੇ ਮਹਿਲਾਂ ਨੂੰ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਮੇਰੇ ਕੋਲ ਹੋਣੇ ਚਾਹੀਦੇ ਨੇ। ਮੋਤੀ ਤਾਂ ਮੰਦਰ ਊਸਰੈ, ਰਤਨੀ ਤਾਂ ਹੋਹੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਪਰ ਨਾਲ ਉਹਨਾਂ ਇਹ ਜ਼ਿਕਰ ਕੀਤਾ ਵੀ ਮਤ ਦੇਖ ਭੂਲਾਂ ਵੀਸਰੈ, ਤੇਰਾ ਚਿੱਤ ਨਾ ਆਵੇ ਨਾਓ। ਇਹ ਸਾਰਾ ਕੁਝ ਮੇਰੇ ਕੋਲ ਹੋਵੇ, ਫਿਰ ਸੁਲਤਾਨ ਹੋਵਾਂ ਮੇਲ। ਹੁਣ ਬਾਦਸ਼ਾਹ ਹਰ ਕੋਈ ਥੋੜੀ ਬਣ ਜਾਂਦਾ ਹੈ, ਰਾਜਾ ਹਰ ਕੋਈ ਨਹੀਂ ਬਣਦਾ, ਰਾਜਾ ਇੱਕ ਹੀ ਬਣਦਾ ਹੈ। ਫਿਰ ਮਾਲਕ ਨੇ ਇਹ ਨਹੀਂ ਕਿਹਾ ਵੀ ਮੈਂ ਰਾਜਾ ਬਣ ਜਾ, ਕਹਿੰਦੇ ਮੈਂ ਬਾਦਸ਼ਾਹ ਬਣਾ। ਮੇਲ ਲਸ਼ਕਰ ਮੇਰੇ ਕੋਲ ਬਹੁਤ ਵੱਡਾ ਹੋਵੇ, ਜਿਹੜੇ ਬਾਕੀ ਰਾਜੇ ਨੇ ਨਾ, ਉਹ ਰਾਜੇ ਵੀ ਮੇਰੇ ਅੱਗੇ ਆ ਕੇ ਨਿਭਦੇ ਹੋਣ, ਐਡਾ ਵੱਡਾ ਬਾਦਸ਼ਾਹ। ਹੁਣ ਜਿਹੜਾ ਐਡਾ ਵੱਡਾ ਬਾਦਸ਼ਾਹ ਹੈ, ਸੁਭਾਵਿਕ ਜਿਹੀ ਗੱਲ ਹੈ, ਲੋਕ ਉਸ ਬਾਦਸ਼ਾਹੀ ਨੂੰ ਤਰਸਦੇ ਨੇ ਵੀ ਸਾਨੂੰ ਇਹੋ ਜਿਹਾ ਕਿਤੇ ਬਾਦਸ਼ਾਹੀ ਮਿਲੇ। ਸਾਹਿਬ ਕਹਿੰਦੇ ਸੁਲਤਾਨ ਹੋਵਾ ਮੇਲ ਲਸ਼ਕਰ, ਤਖਤ ਰਾਖਾਂ ਪਾਉ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ। ਮਤ ਦੇਖ ਭੂਲਾਂ ਵੀਸਰੈ, ਤੇਰਾ ਚਿੱਤ ਨਾ ਆਵੇ ਨਾਉ। ਮੇਰਾ ਹੁਕਮ ਜਿਹੜਾ ਨਾ ਉਹ ਇਸ ਤਰੀਕੇ ਚੱਲਦਾ ਹੋਵੇ ਜਿਵੇਂ ਹਵਾ ਚੱਲਦੀ, ਵੀ ਜਿਸ ਪਾਸੇ ਹੁਕਮ ਕਰਤਾ ਨਾ, ਦੁਨੀਆ ਦੇ ਉੱਪਰ ਕੋਈ ਐਸਾ ਵਿਅਕਤੀ ਨਾ ਹੋਵੇ ਜਿਹੜਾ ਮੇਰੇ ਹੁਕਮ ਨੂੰ ਮੋੜ ਸਕਦਾ ਹੋਵੇ। ਐਸੀ ਬਾਦਸ਼ਾਹੀ। ਪਰ ਇਹ ਬਾਦਸ਼ਾਹੀ ਵੇਖ ਕੇ ਸਤਿਗੁਰੂ ਨੇ ਇਹ ਨਹੀਂ ਕਿਹਾ ਵੀ ਹੁਣ ਮੈਂ ਜਗਤ ਵਿੱਚ ਸੰਸਾਰ ਸਮੁੰਦਰ ਵਿੱਚ ਡੁੱਬ ਜਾਵਾਂਗਾ ਜਾਂ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾਣਾ। ਸਗੋਂ ਸਾਹਿਬ ਕਹਿੰਦੇ ਵੀ ਇਹ ਬਾਦਸ਼ਾਹੀ ਦੇ ਨਾਲ ਨਾਲ ਰੱਬ ਜੀਓ ਰਹਿਮਤ ਰੱਖਿਓ ਕਿ ਮੈਨੂੰ ਤੁਹਾਡੀ ਯਾਦ, ਤੁਹਾਡਾ ਚਿੰਤਨ ਭੁੱਲੇ ਨਾ, ਕਿਤੇ ਮੈਂ ਤੁਹਾਨੂੰ ਵਿਸਰ ਨਾ ਜਾਵਾਂ। ਤੁਹਾਡੀ ਯਾਦ ਹਿਰਦੇ ਵਿੱਚ ਬਣੀ ਰਹੇ,
ਤਾਂ ਹੀ ਪਾਰ ਉਤਾਰਾ ਹੋਣਾ। ਫਿਰ ਇਸੇ ਪਾਵਨ ਸ਼ਬਦ ਵਿੱਚ ਜ਼ਿਕਰ ਕਰਦੇ ਆਖਦੇ ਨਾ, ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਸਿੱਧ ਹੋ ਜਾਵਾਂ ਮਤਲਬ ਸਿੱਧੀ ਹਾਸਲ ਕਰ ਲਾਂ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਓ, ਲੋਕ ਡਰਨ ਮੇਰੇ ਤੋਂ, ਲੋਕ ਡਰ ਰੱਖਣ ਮੇਰਾ। ਪਰ ਰੱਬ ਜੀ ਮਤ ਦੇਖ ਭੂਲਾਂ ਵੀਸਰੈ ਤੇਰਾ ਚਿੱਤ ਨਾ ਆਵੇ ਨਾਉ। ਅੱਜ ਦਾ ਪਾਵਨ ਬਚਨ ਇਹੋ ਸਤਿਗੁਰੂ ਕਹਿ ਰਹੇ, ਕਹਿੰਦੇ ਸੋਇਨਾ ਰੂਪਾ ਸੰਚੀਐ ਮਾਲ ਜਾਲ ਜੰਜਾਲ, ਸਾਰਾ ਕੁਝ ਇਕੱਠਾ ਕੀਤਾ। ਫਿਰ ਸਭ ਜਗ ਮੈਂ ਦੋ ਹੀ ਫੇਰੀ ਹੈ, ਸਾਰੇ ਜਗਤ ਵਿੱਚ ਨਾਮ ਦਾ ਢੰਡੋਰਾ ਪਿਟਵਾਤਾ ਆਪਣੇ। ਪਰ ਇੰਨਾ ਮਾਲਕ ਕਹਿੰਦੇ ਖਿਆਲ ਰੱਖੀ, ਬਿਨ ਨਾਵੇਂ ਸਿਰ ਕਾਲ। ਪਿੰਡ ਪੜੈ ਜੀਓ ਖੇਲ ਸੀ, ਬਦ ਫੈਲੀ ਕਿਆ ਹਾਲ। ਕਹਿੰਦੇ ਜਦੋਂ ਪਿੰਡ ਪੜੈ, ਸਰੀਰ ਡਿੱਗ ਪਿਆ ਨਾ, ਪੈ ਗਿਆ ਜਦੋਂ, ਅੱਜ ਤੇ ਤੂੰ ਕਈ ਤਰ੍ਹਾਂ ਦੀਆਂ ਖੇਡਾਂ ਖੇਡਦਾ ਫਿਰਦਾ। ਜਦੋਂ ਜੀ ਖੇਲ ਲਏਗਾ ਮਤਲਬ ਖੇਡ ਮੁੱਕ ਗਈ, ਪਿੰਡ ਪੜੈ ਸਰੀਰ ਡਿੱਗ ਪਿਆ। ਖੇਡ ਕੀ ਹੋਈ? ਮੁੱਕ ਗਈ, ਸਰੀਰ ਡਿੱਗ ਪਿਆ। ਫਿਰ ਬਦ ਫੈਲੀ ਕਿਆ ਹਾਲ। ਬਾਬਾ ਜੀ ਦਾ ਨਾ, ਭਗਤ ਸਾਹਿਬ ਜੀ ਦਾ, ਭਗਤ ਕਬੀਰ ਸਾਹਿਬ ਦਾ ਇੱਕ ਪਾਵਨ ਬਚਨ ਹੈ, ਜਿੱਥੇ ਉਹ ਜ਼ਿਕਰ ਕਰਦੇ ਕਿ ਮੈਂ ਆਪਣੀਆਂ ਅੱਖਾਂ ਨਾਲ ਨਾ ਕਹਿੰਦੇ ਘੜਿਆਲ ਵੇਖਿਆ, ਤੇ ਉਹ ਜਿਹੜਾ ਘੜਿਆਲ ਵੇਖਿਆ ਨਾ, ਉਹਦੀ ਹਾਲਤ ਵੇਖ ਕੇ ਕਹਿੰਦੇ ਬੜਾ ਮਨ ਦੇ ਅੰਦਰ ਮਨ ਝੰਜੋੜਿਆ ਗਿਆ। ਤੇ ਮਨ ਵਿੱਚ ਕਈ ਸਵਾਲ ਉੱਠੇ, ਇਹਦੀ ਗੁਸਤਾਖੀ ਕੀ ਹੋਏਗੀ, ਇਹਨੇ ਐਸਾ ਕੀ ਗੁਨਾਹ ਕੀਤਾ ਕਿ ਜਿਹੜਾ ਆਉਂਦਾ ਉਹੀ ਇਹਨੂੰ ਖੜਕਾ ਕੇ ਚਲਾ ਜਾਂਦਾ ਹੈ, ਜਿਹੜਾ ਆਉਂਦਾ ਉਹੀ ਘੜਿਆਲ ਨੂੰ ਵਜਾ ਕੇ ਚਲੇ ਜਾਂਦਾ। ਦਰ ਦਰਵਾਜੇ ਜਾਏ ਥਾ ਕਿਉਂ ਡਿਠੋ ਘੜਿਆਲ, ਵੇਖਿਆ ਕਿ ਉਹ ਨਿਰਦੋਸ਼ਾਂ ਮਾਰੀਐ, ਹਮ ਦੋਸ਼ਾਂ ਦਾ ਕਿਆ ਹਾਲ। ਬਦ ਫੈਲੀ ਕਿਆ ਹਾਲ। ਅੱਜ ਦਾ ਪਾਵਨ ਬਚਨ ਕਹਿੰਦੇ 10 ਜਿਹੜੇ ਬੁਰੇ ਅਮਲ ਕੀਤੇ, ਹੁਣ ਉਹਨਾਂ ਦਾ ਨਤੀਜਾ ਕੀ ਨਿਕਲੇ। ਬਦ ਫੈਲੀ ਮਤਲਬ ਭੈੜੇ ਅਮਲ, ਬੁਰੇ ਕੰਮ, ਬਦ ਫੈਲ ਕਰਦਾ ਰਿਹਾ ਨਾ। ਉਹ ਜਿਹੜੀ ਬਦ ਫੈਲੀ ਕੀਤੀ ਹੈ, ਹੁਣ ਖਿਆਲ ਰੱਖੋ, ਰਾਜ ਭਾਗ ਮਾੜਾ ਨਹੀਂ, ਰਾਜ ਭਾਗ ਹਾਸਲ ਹੋਣ ਤੋਂ ਬਾਅਦ ਬਦ ਫੈਲੀ ਕਰਨੀ ਮਾੜੀ ਗੱਲ ਹੈ। ਰਾਜ ਤਖਤ ਉੱਤੇ ਬੈਠਣਾ ਮਾੜੀ ਗੱਲ ਨਹੀਂ, ਪਰ ਰਾਜ ਤਖਤ ਉੱਤੇ ਬੈਠ ਕੇ ਆਪਣੀ ਪਰਜਾ ਨੂੰ ਭੁੱਲ ਜਾਣਾ ਮੂਰਖਤਾ ਹੀ ਹੈ। ਰਾਜ ਤਖਤ ਉੱਤੇ ਬਹਿ ਕੇ ਰਾਜ ਨੂੰ ਹਾਸਲ ਕਰਨਾ, ਸੱਤਾ ਨੂੰ ਹਾਸਲ ਕਰਨਾ ਬੁਰੀ ਬਾਤ ਨਹੀਂ, ਪਰ ਸੱਤਾ ਵਿੱਚ ਬੈਠਣ ਤੋਂ ਬਾਅਦ ਵਿੱਚ ਬਦ ਫੈਲੀ ਭੈੜੇ ਕਰਮ ਕਰਨ ਲੱਗ ਜਾਣਾ ਸਭ ਤੋਂ ਵੱਡੀ ਮੂਰਖਤਾ ਹੀ। ਰਾਜ ਭਾਗ ਨੇ ਨਾਲ ਨਹੀਂ ਜਾਣਾ, ਜਾਂ ਰਾਜ ਸੱਤਾ ਨੇ ਨਾਲ ਨਹੀਂ ਜਾਣਾ, ਕੀਤੀ ਹੋਈ ਬਦ ਫੈਲੀ ਤੇਰਾ ਲੇਖਾ ਕਰੇਗੀ। ਰਾਜ ਸੱਤਾ ਕੀ ਕਰੇਗੀ? ਤਖਤ ਉੱਤੇ ਤੇ ਅੱਜ ਬੈਠਾ ਕੱਲ ਨੂੰ ਖੋਹ ਲੈਣਗੇ ਅਗਲੇ। ਜਾਂ ਅੱਜ ਤੂੰ ਤਖਤ ਤੇ ਬੈਠਾ, ਤੂੰ ਇੱਥੋਂ ਤੱਕ ਆ ਗਿਆ ਵੀ ਖੋਹਣ ਵਾਲਾ ਵੀ ਕੋਈ ਨਹੀਂ ਛੱਡਿਆ, ਤੂੰ ਸਾਰੇ ਖੋਹਣ ਵਾਲੇ ਵੀ ਆਪਣੇ ਅਧੀਨ ਕਰ ਲਏ। ਪਰ ਖਿਆਲ ਰੱਖੀ, ਇੱਕ ਦਿਨ ਆਏਗਾ ਜਿੱਦਣ ਤਖਤ ਖਾਲੀ ਛੱਡ ਕੇ ਜਾਏਗਾ, ਉਦੋਂ ਤਖਤ ਨਾਲ ਥੋੜੀ ਜਾਣਾ, ਉਦੋਂ ਬਾਦਸ਼ਾਹੀ ਨਾਲ ਥੋੜੀ ਜਾਏਗੀ। ਬਾਦਸ਼ਾਹੀ ਤੇ ਤੇਰੇ ਕੋਲੋਂ ਚਲੀ ਗਈ, ਤਖਤ ਤੇਰੇ ਕੋਲੋਂ ਚਲੇ ਗਿਆ, ਪਰ ਹੁਣ ਜਿਹੜੀ ਬਦ ਫੈਲੀ ਕੀਤੀ ਹੈ ਉਹਦਾ ਕੀ ਕਰੇਗਾ? ਸਤਿਗੁਰੂ ਜੀ ਨੇ ਅੱਜ ਜ਼ਿਕਰ ਕੀਤਾ ਨਾ, ਕਿਉਂਕਿ ਅਕਸਰ ਰਾਜਾ ਰਾਜ ਗੱਦੀ ਤੇ ਬੈਠਣ ਤੋਂ ਬਾਅਦ ਵਿੱਚ ਬਦ ਫੈਲੀ ਵਾਲੇ ਪਾਸੇ ਉਤਰ ਆਉਂਦਾ ਹੈ।
ਬਹੁਤ ਘੱਟ ਰਾਜੇ ਹੋਣਗੇ ਜਿਹੜੇ ਤਖਤ ਮਿਲਣ ਤੋਂ ਬਾਅਦ 'ਚ ਧਰਮ ਦੀ ਗੱਲ ਕਰਨਗੇ ਜਾਂ ਧਰਮ ਦੀ ਬਾਤ ਕਰਨਗੇ ਜਾਂ ਧਰਮੀ ਰਾਜ ਦੀ ਗੱਲ ਕਰਨਗੇ। ਨਹੀਂ ਤੇ ਅਕਸਰ ਸੱਤਾ ਆਉਣ ਦੇ ਉੱਤੇ ਰਾਜਾ ਬਦਫੈਲੀ ਉੱਤੇ ਆ ਜਾਂਦਾ ਹੈ। ਤਖਤ ਉੱਤੇ ਬੈਠਦਿਆਂ ਸਾਰੀ ਭੈੜੇ ਅਮਲਾਂ ਤੇ ਆ ਗਿਆ। ਹੁਣ ਜਿਹੜੇ ਕਰਮ ਇਹ ਕੀਤੇ ਨੇ, ਸੋਨਾ ਇਕੱਠਾ ਕੀਤਾ, ਚਾਂਦੀ ਇਕੱਠੀ ਕੀਤੀ, ਇਹ ਬਦਫੈਲੀ ਹੋਈ ਕੀਤੀ ਹੋਏਗੀ। ਇੱਕ ਬਾਤ ਤੇ ਪੱਕੀ ਹੈ, ਜਿਹਨੂੰ ਸਤਿਗੁਰੂ ਜੀ ਬਾਣੀ 'ਚ ਆਖਦੇ, ਪਾਪਾਂ ਬਾਝੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਏ। ਤੇ ਜੇ ਪਾਪਾਂ ਤੋਂ ਬਿਨਾ ਇਕੱਠਿਆਂ ਹੁੰਦੀ ਨਹੀਂ, ਇਹਦਾ ਮਤਲਬ ਜਿਹੜਾ ਜੋੜ ਕੇ ਬੈਠਾ ਉਹ ਪਾਪਾਂ ਦੇ ਆਧਾਰ ਤੇ ਜੋੜੀ ਬੈਠਾ। ਤੇ ਜਿਹੜਾ ਸੋਨਾ ਰੂਪਾ ਤਖਤ ਉੱਤੇ ਬਹਿ ਕੇ ਇਕੱਠਾ ਕੀਤਾ ਹੋਣਾ, ਉਹ ਕਿਹੜਾ ਡਾਇਰੈਕਟਲੀ ਕਹੇ ਇਹਦੇ ਕੋਲ ਆ ਗਿਆ ਹੋਣਾ। ਕਦੇ ਕਿਸੇ ਕੋਲੋਂ ਖੋਇਆ ਹੋਣਾ, ਕਦੇ ਕਿਸੇ ਕੋਲੋਂ ਖੋਇਆ ਹੋਣਾ, ਕਦੇ ਕਿਸੇ ਗਰੀਬ ਨੂੰ ਲੁੱਟਿਆ ਹੋਏਗਾ ਤੇ ਕਦੇ ਕਿਸੇ ਨੂੰ ਲੁੱਟਿਆ ਹੋਏਗਾ। ਸੁਭਾਵਿਕ ਜਿਹੀ ਗੱਲ ਹੈ। ਹੁਣ ਇਹਨਾਂ ਨੂੰ ਇਕੱਠਿਆਂ ਕਰਦਿਆਂ ਬਦਫੈਲੀ ਕੀਤੀ। ਇਕੱਠਾ ਕੀਤਾ ਹੋਇਆ ਮਾਲ ਧਨ ਕਿਸੇ ਕੰਮ ਨਹੀਂ, ਪਰ ਬਦਫੈਲੀ ਕਰਮ ਬਣ ਗਏ ਨਾ। ਤੇ ਨਬੇੜਾ ਕਿਹਨਾਂ ਦੇ ਆਧਾਰ ਤੇ ਹੋਣਾ? ਕਰਮਾਂ ਦੇ ਆਧਾਰ ਤੇ ਥੋੜੀ, ਕਰਮਾਂ ਦੇ ਆਧਾਰ ਤੇ ਹੋਣਾ, ਧਨ ਦੌਲਤ ਦੇ ਆਧਾਰ ਤੇ ਹੋਣਾ ਨਹੀਂ। ਤੂੰ ਬਦਫੈਲੀ ਕੀਤੀ ਜਾਂ ਚੰਗੇ ਕਰਮ ਕੀਤੇ, ਕਿਸੇ ਵੀ ਤਖਤ ਉੱਤੇ ਬੈਠਾ ਹੈ, ਤਖਤ ਤੇ ਬਹਿ ਕੇ ਚੰਗੇ ਕੰਮ ਕੀਤੇ, ਨਬੇੜਾ ਕਰਮਾਂ ਦੇ ਆਧਾਰ ਤੇ। ਤਖਤ ਉੱਤੇ ਬਹਿ ਕੇ ਮਾੜੇ ਕੰਮ ਕੀਤੇ, ਨਬੇੜਾ ਕਰਮਾਂ ਦੇ ਆਧਾਰ ਤੇ ਹੈ। ਨਤੀਜਾ ਤੇ ਤੇਰੇ ਸਾਹਮਣੇ ਆ ਹੀ ਜਾਣਾ। ਮਰਨ ਤੋਂ ਬਾਅਦ ਚ ਤੈਨੂੰ ਦੁੱਖ ਮਿਲੇਗਾ, ਸੋ ਉਹ ਗੱਲਾਂ ਅਲੱਗ ਨੇ। ਪਰ ਤਖਤ ਉੱਤੇ ਬੈਠਿਆਂ ਜੋ ਕੁਝ ਭੋਗਣਾ ਹੈ, ਉਹ ਕਿਸ ਪਾਸੇ ਲੈ ਕੇ ਜਾਏਗਾ? ਉਹਦੇ ਤੇਰੇ ਕਰਮਾਂ ਦੇ ਆਧਾਰ ਤੇ। ਤੇਰੇ ਕੋਲ ਅੱਜ ਤਖਤ ਹੈ, ਅੱਜ ਤੂੰ ਤਖਤ ਉੱਤੇ ਬੈਠਾ, ਬੜਾ ਵਧੀਆ ਤੇਰਾ ਜੀਵਨ, ਸ਼ੁਰੂਆਤ ਬੜੀ ਸੋਹਣੀ ਹੋਈ ਬਾਦਸ਼ਾਹੀ ਦੀ। ਪਰ ਹੁਣ ਉੱਥੇ ਬਹਿ ਕੇ ਤੂੰ ਆਪਣੀ ਬਾਦਸ਼ਾਹੀ ਨਾਲ ਚੰਗੇ ਕੰਮ ਕਰਨ ਦੀ ਬਜਾਏ ਮੰਦੇ ਕਰਨ ਲੱਗ ਪਿਆ। ਫਿਰ ਮੰਦੇ ਕਰਮ ਜਦੋਂ ਕਰੇਗਾ, ਉਹਨਾਂ ਦਾ ਨਤੀਜਾ ਵੀ ਤੇ ਸਾਹਮਣੇ ਆਏਗਾ ਨਾ। ਰਾਜਾ ਰਾਜਗੱਦੀ, ਜ਼ਰੂਰੀ ਨਹੀਂ ਹੁੰਦਾ ਕਿ ਰਾਜੇ ਨੂੰ ਰਾਜਗੱਦੀ ਤੇ ਬੈਠਿਆਂ ਨੂੰ ਦੁੱਖ ਮਿਲਣਗੇ। ਰਾਜਗੱਦੀ ਉੱਤੇ ਬੈਠਿਆਂ ਉਹਦੀ ਪਰਜਾ ਦੁਆਰਾ ਬਗਾਵਤ ਕਰਨੀ ਰਾਜੇ ਲਈ ਸਭ ਤੋਂ ਵੱਡਾ ਦੁੱਖ ਹੈ, ਵੀ ਉਹਦੀ ਪਰਜਾ ਉਹਦੇ ਖਿਲਾਫ ਹੀ ਖੜੀ ਹੈ। ਤੇ ਕੋਈ ਪਰਜਾ ਦਾ ਇਨਸਾਨ ਨਹੀਂ ਜਿਹੜਾ ਉਹਨੂੰ ਰਾਜਗੱਦੀ ਤੇ ਬੈਠਾ ਵੇਖ ਕੇ ਰਾਜੀ ਹੋਵੇ। ਹੁਣ ਇਦੋਂ ਵੱਡਾ ਦੁੱਖ ਤਕਲੀਫ ਰਾਜੇ ਲਈ ਕੀ ਹੋ ਸਕਦੀ? ਜਿਹਨੂੰ ਕਦੇ ਰਾਜੇ ਨੂੰ ਪਰਜਾ ਨੇ ਆਪ ਆਖਿਆ ਹੋਵੇ ਵੀ ਅਸੀਂ ਚਾਹੁੰਦੇ ਹਾਂ ਤੁਹਾਡੇ ਵਰਗਾ ਰਾਜਾ ਹੋਵੇ, ਉਹ ਰਾਜਾ ਰਾਜਗੱਦੀ ਤੇ ਬੈਠਾ, ਬਹਿੰਦਿਆਂ ਸਾਰ ਭੁੱਲ ਗਿਆ ਤੇ ਬਦਫੈਲੀ ਉੱਤੇ ਉਤਰ ਆਇਆ। ਹੁਣ ਉਹੀ ਲੋਕ ਜਿਹੜੇ ਕਹਿੰਦੇ ਸਨ ਤੁਹਾਡੇ ਵਰਗਾ ਰਾਜਾ ਹੋਵੇ, ਉਹੀ ਕਹਿੰਦੇ ਵੀ ਤੁਹਾਡੇ ਵਰਗਾ ਰਾਜਾ ਨਾ ਹੀ ਹੋਵੇ। ਇਦੋਂ ਵੱਡੀ ਤਕਲੀਫ ਕੀ ਹੋ ਸਕਦੀ? ਸਤਿਗੁਰੂ ਜੀ ਆਖਦੇ, ਕਹਿੰਦੇ ਪਿੰਡ ਪੜੈ ਤੇਰਾ, ਪਿੰਡ ਜਦੋਂ ਪੈ ਗਿਆ ਮਤਲਬ ਸਰੀਰ ਡਿੱਗ ਪਿਆ, ਜੀਓ ਖੇਲ ਸੀ, ਜੀ ਖੇਲ ਗਿਆ, ਮਤਲਬ ਖੇਡ ਤੇਰੀ ਮੁੱਕ ਗਈ। ਹੁਣ ਫਿਰ ਕੀ ਕਰੇਗਾ? ਬਦਫੈਲੀ ਕਿਆ ਹਾਲ? ਕਦੇ ਸੋਚਿਆ ਵੀ ਭੈੜੇ ਅਮਲਾਂ ਦਾ ਨਤੀਜਾ ਕੀ ਨਿਕਲਣਾ? ਮੈਂ ਜਿਹੜੇ ਭੈੜੇ ਕਰਮ ਕਰੀ ਜਾਣਾ, ਉਹਨਾਂ ਕਰਮਾਂ ਦਾ ਨਤੀਜਾ ਕੀ ਹੋਏਗਾ? ਇਨਸਾਨ ਕਰਮ ਕਰਨ ਲੱਗਿਆ ਕਦੇ ਰਿਜ਼ਲਟ ਦੇਖ ਕੇ ਨਹੀਂ ਕਰਦਾ। ਜਦੋਂ ਰਿਜ਼ਲਟ ਆ ਜਾਂਦਾ ਨਾ, ਫਿਰ ਚੇਤਾ ਆਉਂਦਾ ਵੀ ਨਾ ਹੀ ਕਰਦਾ। ਜੇ ਰਿਜ਼ਲਟ ਵੇਖ ਕੇ ਕਰਮ ਕਰੇ, ਮਤਲਬ ਰਿਜ਼ਲਟ ਬਾਰੇ ਸੋਚ ਕੇ ਅਲਰਟ ਹੋ ਕੇ ਕਰਮ ਕਰੇ, ਕਦੇ ਮਾੜਾ ਨਹੀਂ ਕਰੇਗਾ। ਅਫਸੋਸ ਇਸੇ ਗੱਲ ਦਾ ਹੈ ਕਿ ਨਤੀਜੇ ਬਾਰੇ ਨਾ ਸੋਚਦਾ, ਨਾ ਸਮਝਦਾ, ਨਾ ਵਿਚਾਰਦਾ, ਬਸ ਕਰਮ ਕਰ ਲੈਂਦਾ। ਜਦੋਂ ਨਤੀਜਾ ਸਾਹਮਣੇ ਆਉਂਦਾ, ਫਿਰ ਕਹਿੰਦਾ ਵੀ ਨਾ ਹੀ ਇਹੋ ਜਿਹਾ ਕੰਮ ਕਰਦਾ ਤੇ ਚੰਗੀ ਗੱਲ ਸੀ। ਜਿਵੇਂ ਇੱਕ ਨਸ਼ੇ ਵਿੱਚ ਗਰਸਿਆ ਹੋਇਆ ਇਨਸਾਨ ਹੈ, ਵਿਕਾਰਾਂ ਵਿੱਚ ਗਲਤਾਨ ਹੈ। ਉਹ ਨਸ਼ੇ ਵਿੱਚ, ਵਿਕਾਰਾਂ ਵਿੱਚ ਗਲਤਾਨ ਹੋਇਆ ਜਿੱਦਣ ਸ਼ੁਰੂਆਤ ਕੀਤੀ ਸੀ ਨਾ, ਉਦੋਂ ਉਹਨੇ ਸੋਚ ਕੇ ਥੋੜੀ ਕੀਤੀ ਸੀ ਵੀ ਮੈਂ ਆਪਣੀ ਬਾਡੀ ਨੂੰ ਵੀ ਨੁਕਸਾਨ ਕਰਾਂਗਾ, ਮੇਰੇ ਘਰ ਨੇ ਵੀ ਕੰਗਾਲ ਹੋ ਜਾਣਾ, ਮੇਰੇ ਘਰ ਦੇ ਵਿੱਚ ਤੇ ਇਦਾਂ ਦੀ ਹਾਲਾਤ ਬਣ ਜਾਣੇ ਵੀ ਅਸੀਂ ਤੇ ਰੋਟੀ ਤੋਂ ਵੀ ਆਦਤ ਹੋ ਜਾਣਾ।
ਸੋਚ ਕੇ ਥੋੜੀ ਤੁਰਿਆ ਸੀ, ਤੁਰ ਪਿਆ। ਜਦੋਂ ਨਤੀਜਾ ਆ ਗਿਆ, ਨਤੀਜਾ ਕੀ ਆਇਆ? ਬਾਡੀ ਜਿਹੜੀ ਹੈ ਉਹ ਸਾਰੀ ਉਹਦੇ ਅੰਦਰੋਂ એનર્ਜੀ ਖਤਮ ਹੋ ਗਈ। ਅੰਦਰਲਾ ਜੋ ਢਾਂਚਾ ਰੱਬ ਨੇ ਦਿੱਤਾ ਸੀ ਉਹ ਸਾਰਾ ਖਰਾਬ ਹੋ ਗਿਆ। ਡਾਕਟਰ ਕਹਿੰਦੇ ਵੀ ਹੁਣ ਸਾਡੇ ਵੱਸ ਤੋਂ ਬਾਹਰ ਹੈ, ਜਿਉਣਾ ਜਿਹੜੇ 4 ਦਿਨ ਤੇਰੇ ਕੋਲ ਹੈਨ। ਫਿਰ ਸੋਚਦਾ ਵੀ ਨਾ ਹੀ ਕਰਦਾ ਇਹ ਜਿਹਾ ਕੰਮ ਤੇ ਚੰਗਾ ਸੀ। ਤੇ ਦੂਜਾ ਜਿਹੜਾ ਘਰ ਨੂੰ ਕੰਗਾਲਤਾ ਵਾਲੇ ਪਾਸੇ ਲੈ ਕੇ ਗਿਆ, ਉਹ ਵੱਖਰੀ ਗੱਲ। ਜਦੋਂ ਵੇਖਦਾ ਵੀ ਹੁਣ ਅਸੀਂ ਰੋਟੀ ਤੋਂ ਵੀ ਆਦਤ ਹੋਏ ਬੈਠੇ ਹਾਂ, ਫਿਰ ਮੱਥੇ ਤੇ ਹੱਥ ਮਾਰਦਾ, ਯਾ ਕਿਹੜੇ ਭੈੜੇ ਕੰਮਾਂ 'ਚ ਪੈ ਗਿਆ। ਫਿਰ ਉਹੀ ਇਨਸਾਨ ਜਿਹੜਾ ਕਦੇ ਸ਼ੁਰੂਆਤ ਕਰ, ਉਹੀ ਕਹਿੰਦਾ ਵੀ ਮੈਂ ਕਿਹੜੇ ਭੈੜੇ ਕੰਮਾਂ 'ਚ ਪੈ ਗਿਆ। ਇਹ ਨਾ ਭਾਈ ਗੁਰਦਾਸ ਜੀ ਇੱਕ ਬੜੀ ਪਿਆਰੀ ਰਚਨਾ ਲਿਖਦੇ। ਉਹਨਾਂ ਨੇ ਨਾ ਇੱਕ ਨਸ਼ੇ ਵਿੱਚ ਗਲਤਾਨ ਇਨਸਾਨ ਜਿਹੜਾ ਨਾ, ਉਹਦਾ ਜ਼ਿਕਰ ਕੀਤਾ, ਇੱਕ ਜੁਆਰੀ ਦਾ ਜ਼ਿਕਰ ਕੀਤਾ। ਉਹ ਪਹਿਲੋਂ ਤੇ ਕਹਿੰਦੇ ਵੀ ਜਿਵੇਂ ਇੱਕ ਪੋਸਤੀ ਹੈ, ਮਤਲਬ ਨਸ਼ਾ ਕਰਨ ਵਾਲਾ, ਡਰੱਗ ਦਾ ਆਦੀ ਜਿਹੜਾ ਹੋਵੇ। ਉਹ ਕਹਿੰਦੇ ਪਹਿਲੋਂ ਤੇ ਜਦੋਂ ਸ਼ੁਰੂਆਤ ਕਰਦਾ ਉਹਨੂੰ ਬੜਾ ਚੰਗਾ ਜਿਹਾ ਲੱਗਦਾ, ਫਿਰ ਹੌਲੀ ਹੌਲੀ ਜਦੋਂ ਉਹਨੂੰ ਪਤਾ ਲੱਗਦਾ ਨਾ ਵੀ ਹੁਣ ਇਹਦੂ ਬਿਨਾ ਮੈਂ ਜਿਉ ਨਹੀਂ ਸਕਦਾ, ਤੇ ਦੂਜਾ ਇਹ ਮੇਰੇ ਘਰ ਨੂੰ ਕੰਗਾਲ ਕਰੀ ਜਾਂਦਾ ਹੈ, ਕਹਿੰਦੇ ਫਿਰ ਉਹ ਲੋਕਾਂ ਨੂੰ ਦੱਸਣ ਲੱਗ ਜਾਂਦਾ। ਦੱਸਦਾ ਕੀ ਹੈ? ਜੈਸੇ ਪੋਸਤੀ ਕਹਿਤ ਸੁਨਤ ਪੋਸਤ ਬੁਰੋ, ਵੀ ਨਸ਼ਾ ਬੜਾ ਮਾੜਾ ਹੈ ਭਾਈ, ਕਰਨਾ ਨਹੀਂ ਚਾਹੀਦਾ। ਦੂਜਿਆਂ ਨੂੰ ਕੀ ਦਿੰਦਾ? ਮੱਤਾਂ। ਦੂਜਿਆਂ ਨੂੰ ਉਪਦੇਸ਼ ਦਿੰਦਾ ਵੀ ਨਸ਼ੇ ਨਾਲ ਨਾ ਜੁੜਿਓ, ਨਸ਼ੇ ਵਿੱਚ ਨਾ ਲੱਗਿਓ, ਕਿਉਂਕਿ ਮੈਂ ਆਪਣਾ ਘਰ ਉਜੜਦਾ ਵੇਖਿਆ ਹੈ। ਇਹੀ ਇਸੇ ਤਰ੍ਹਾਂ ਹੀ ਉਪਦੇਸ਼ ਦਿੰਦਾ ਨਾ ਫਿਰ, ਵੀ ਤੁਸੀਂ ਨਸ਼ੇ ਵਿੱਚ ਲੱਗਿਓ ਨਾ, ਮੈਂ ਇਸ ਨਸ਼ੇ ਕਰਕੇ ਆਪਣਾ ਘਰ ਉਜੜਦਾ ਵੇਖਿਆ ਹੈ। ਤੇ ਭਾਈ ਗੁਰਦਾਸ ਕਹਿੰਦੇ ਛੱਡਿਓ ਚਾਹੇ ਪੈ ਨਾ ਛੁੱਟਈ, ਜੇ ਉਹ ਛੱਡਣਾ ਵੀ ਚਾਹੁੰਦਾ ਹੁਣ ਨਹੀਂ ਛੁੱਟਦਾ, ਹੱਡਾਂ 'ਚ ਬਹਿ ਗਿਆ। ਫਿਰ ਦੂਜੀ ਉਦਾਹਰਣ ਦਿੱਤੀ ਉਹਨਾਂ, ਕਹਿੰਦੇ ਇੱਕ ਜੁਆਰੀ ਹੈ, ਜੂਆ ਖੇਡਦਾ। ਉਹ ਜੂਆ ਖੇਡਣ ਵਾਲੇ ਨੂੰ ਪੁੱਛੋ ਕਦੇ ਵੀ ਜੂਆ ਕਿੰਨੀ ਕੁ ਚੰਗੀ ਖੇਡ ਹੈ, ਕਿੰਨਾ ਕੁ ਚੰਗਾ ਕੰਮ ਹੈ, ਉਹ ਕਹਿੰਦਾ ਉਹ ਸੱਜਣਾ ਜੋੜੇ ਹੱਥ, ਇਹ ਤੋਂ ਪਾਸੇ ਹੀ ਰਹਿ, ਖੇਡਣਾ ਨਹੀਂ ਚਾਹੀਦਾ। ਉਹ ਵੱਖਰੀ ਗੱਲ ਹੈ ਵੀ ਪੁੱਛਣ ਵਾਲਾ ਉਹਦੇ ਤੋਂ ਸਿੱਖਣ ਦੀ ਬਜਾਏ ਉਹਨੂੰ ਸਵਾਲ ਕਰਕੇ ਬਹਿ ਜਾਏ ਵੀ ਜੇ ਇੰਨਾ ਹੀ ਮਾੜਾ ਫਿਰ ਤੂੰ ਕਿਉਂ ਖੇਡਦਾ, ਉਹ ਇੱਕ ਵੱਖਰੀ ਬਾਤ ਹੈ। ਪਰ ਉਹ ਜਿਹੜਾ ਖੇਡਣ ਵਾਲਾ ਹੈ ਨਾ, ਉਹ ਖੇਡਣ ਵਾਲਾ ਹੱਥ ਜੋੜ ਕੇ ਕਹਿੰਦਾ ਵੀ ਸੱਜਣਾ ਨਹੀਂ, ਜੂਆ ਨਹੀਂ ਖੇਡਣਾ, ਦੂਜਿਆਂ ਨੂੰ ਕਹਿੰਦਾ, ਪਰ ਆਪ ਚਾਹ ਕੇ ਵੀ ਨਹੀਂ ਛੱਡ ਸਕਦਾ। ਕਿਉਂ? ਇੱਕ ਲਾਲਸਾ, ਦੂਜਿਆਂ ਨੂੰ ਰੋਕਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਆਖਦੇ, ਕਹਿੰਦੇ ਜਦੋਂ ਪਿੰਡ ਪੜਿਆ ਜੀਓ ਖੇਲ ਸੀ, ਬਦ ਫੈਲੀ ਕਿਆ ਹਾਲ। ਜਦੋਂ ਤੇਰਾ ਪਿੰਡ ਪੈ ਗਿਆ, ਜੀ ਤੇਰਾ ਖੇਡ ਗਿਆ, ਮਤਲਬ ਜੀਵਨ ਰੌ ਮੁੱਕ ਗਈ, ਖੇਡ ਜ਼ਿੰਦਗੀ ਦੀ ਮੁੱਕ ਗਈ। ਕਦੇ ਸੋਚਿਆ ਕਿ ਬਦ ਫੈਲੀ ਦਾ ਹੁਣ ਨਤੀਜਾ ਕੀ ਨਿਕਲਣਾ, ਰਿਜ਼ਲਟ ਕੀ ਨਿਕਲੇਗਾ? ਜੇ ਰਿਜ਼ਲਟ ਬਾਰੇ ਸੋਚ ਕੇ ਚੱਲੇ ਇਨਸਾਨ, ਫਿਰ ਕਦੇ ਵੀ ਇਹ ਬਦ ਫੈਲੀ ਨਹੀਂ ਕਰਦਾ। ਫਿਰ ਯਤਨ ਕਰੇਗਾ ਕਿ ਮੈਂ ਜਿਹੜਾ ਵੀ ਕਰਮ ਕਮਾਵਾਂ ਉਹ ਭਲਾ ਕਰਮ ਕਮਾਵਾਂ, ਤਾਂ ਜੋ ਉਸ ਕੀਤੇ ਕਰਮ ਦਾ ਮੇਰੇ ਸਾਹਮਣੇ ਨਤੀਜਾ ਆਵੇ, ਤੇ ਉਸ ਨਤੀਜੇ ਨੂੰ ਵੇਖ ਕੇ ਮੈਂ ਰੋਵਾਂ ਤੇ ਕੁਰਲਾਵਾਂ ਨਾ, ਉਸ ਨਤੀਜੇ ਨੂੰ ਵੇਖ ਕੇ ਮੈਂ ਵਿਰਲਾਪ ਨਾ ਕਰਾਂ, ਸਗੋਂ ਨਤੀਜਾ ਵੇਖ ਕੇ ਮੈਨੂੰ ਪ੍ਰਸੰਨਤਾ ਮਿਲੇ, ਖੁਸ਼ੀ ਮਿਲੇ। ਮੈਂ ਐਸਾ ਕਰਮ ਆਪਣੀ ਜ਼ਿੰਦਗੀ 'ਚ ਕਮਾਵਾਂ ਕਿ ਜਿੱਦਣ ਮੇਰਾ ਕਰਮ ਫਲ ਬਣ ਕੇ ਮੇਰੇ ਸਾਹਮਣੇ ਆਵੇ, ਮੈਨੂੰ ਕੁਰਲਾਉਣਾ ਨਾ ਪਏ, ਸਗੋਂ ਉਹ ਫਲ ਮੈਨੂੰ ਪ੍ਰਸੰਨਤਾ ਦੇਵੇ। ਸਤਿਗੁਰੂ ਜੀ ਇਸੇ ਕਰਕੇ ਅੱਜ ਚੌਥੇ ਪਦੇ 'ਚ ਸਮਝਾਉਂਦਿਆਂ ਆਖਦੇ, ਕਹਿੰਦੇ ਸੋਨਾ ਰੂਪਾ ਇਕੱਠਾ ਕਰ, ਪਰ ਇੱਕ ਖਿਆਲ ਰੱਖੀ, ਬਿਨ ਨਾਵੇਂ ਸਿਰਕਾਲ, ਰੱਬ ਦੇ ਨਾਮ ਤੋਂ ਬਿਨਾ ਇਹਨਾਂ ਦਾ ਲਾਹਾ ਕੋਈ ਨਹੀਂ ਹੋ। ਤੇ ਚੇਤਾ ਨਾਲ ਇਸ ਗੱਲ ਨੂੰ ਰੱਖ ਕੇ ਚੱਲੀ ਕਿ ਜਦੋਂ ਤੇਰਾ ਜੀਓ ਖੇਡ ਗਿਆ, ਪਿੰਡ ਤੇਰਾ ਪੈ ਗਿਆ, ਤੇ ਫਿਰ ਬਦ ਫੈਲੀ ਕਿਆ ਹਾਲ,
ਰਿਜ਼ਲਟ ਨਤੀਜਾ ਵੇਖ ਕੇ ਚੱਲੀ, ਕੀਤੇ ਕਰਮਾਂ ਦਾ ਨਤੀਜਾ ਤੈਨੂੰ ਭੋਗਣਾ ਪੈਣਾ ਹੈ। ਪੁੱਤਾ ਦੇਖ ਵਿਗਸੀਐ, ਨਾਰੀ ਸੇਜ ਪਤਾਰ, ਚੋਆ ਚੰਦਨ ਲਾਈਐ, ਕਾਪੜ ਰੂਪ ਸ਼ਿੰਗਾਰ, ਖੇਹੂ ਖੇਹ ਰਲਾਈਐ, ਛੋੜ ਚੱਲੈ ਘਰ ਬਾਰ। ਜਿਉਂਦਾ ਹੋਇਆ ਬੰਦਾ ਪੁੱਤਾਂ ਦੇਖ ਵਿਗਸੀ ਹੈ। ਔਲਾਦ ਨੂੰ ਵੇਖ ਵੇਖ ਬੜਾ ਖੁਸ਼ ਹੁੰਦਾ। ਇੱਥੇ ਪੁੱਤਾਂ ਦਾ ਮਤਲਬ ਔਲਾਦ, ਧੀ ਵੀ ਤੇ ਪੁੱਤ ਵੀ। ਆਪਣੀ ਔਲਾਦ ਵੇਖ ਕੇ ਜਿਉਂਦਾ ਬੰਦਾ ਵਿਗਸੀ ਹੈ, ਬੜਾ ਵਿਕਾਸ ਵਿੱਚ ਆਉਂਦਾ। ਨਾਰੀ ਸੇਜ ਪਤਾਰ, ਆਪਣੇ ਪਰਿਵਾਰ ਨੂੰ ਵੇਖ ਕੇ, ਨਾਰੀ ਆਪਣੇ ਪਤਾਰ ਨੂੰ ਵੇਖ ਕੇ ਤੇ ਪਤਾਰ ਆਪਣੀ ਨਾਰੀ ਨੂੰ ਵੇਖ ਕੇ ਬੜਾ ਪ੍ਰਸੰਨ ਹੁੰਦਾ। ਪਰਿਵਾਰ ਨੂੰ ਵੇਖ ਕੇ ਪ੍ਰਸੰਨ ਨਹੀਂ ਹੁੰਦਾ ਨਾ ਇਨਸਾਨ। ਜਿਵੇਂ ਇਸਤਰੀ ਆਪਣੀ ਔਲਾਦ ਨੂੰ, ਆਪਣੇ ਪਤੀ ਨੂੰ ਵੇਖ ਕੇ ਪ੍ਰਸੰਨ ਹੁੰਦੀ, ਉਸੇ ਤਰ੍ਹਾਂ ਪੁਰਸ਼ ਆਪਣੀ ਪਤਨੀ ਨੂੰ ਵੇਖ ਕੇ ਤੇ ਆਪਣੀ ਔਲਾਦ ਨੂੰ ਵੇਖ ਕੇ ਵਿਗਸੀ ਹੈ, ਵਿਕਾਸ ਵਿੱਚ ਆਉਂਦਾ, ਖੇੜੇ ਚ ਆਉਂਦਾ। ਕਹਿੰਦੇ ਫਿਰ ਕੱਲਾ ਇੱਥੋਂ ਤੱਕ ਹੀ ਸੀਮਤ ਨਹੀਂ, ਚੋਆ ਚੰਦਨ ਲਾਈਐ, ਕਾਪੜ ਰੂਪ ਸ਼ਿੰਗਾਰ, ਆਪਣੇ ਸਰੀਰ ਤੇ ਬੜੇ ਅਤਰ ਫਲੇਰ ਯੂਜ਼ ਕਰਦਾ, ਬੜਾ ਕੁਝ ਵਰਤਦਾ, ਬੜੇ ਤਰ੍ਹਾਂ ਦੇ ਕੱਪੜੇ ਪਾਉਂਦਾ, ਰੂਪ ਸ਼ਿੰਗਾਰ ਕੇ ਰੱਖਦਾ। ਇਹ ਸਾਰੀਆਂ ਚੀਜ਼ਾਂ ਕਰਦਾ ਹੈ ਇਨਸਾਨ, ਪਰ ਇਹਨਾਂ ਨੂੰ ਕਰਦਿਆਂ ਹੋਇਆਂ ਕਦੇ ਇਹ ਨਹੀਂ ਸੋਚਿਆ ਖੇਹੂ ਖੇਰ ਲਾਈਐ, ਛੋੜ ਚੱਲੈ ਘਰ ਬਾਹਰ। ਇਹ ਨਹੀਂ ਕਦੇ ਸੋਚਿਆ ਵੀ ਮੈਂ ਮਿੱਟੀ ਉੱਤੇ ਹੀ ਲੇਪਾ ਪੋਚੀ ਕਰੀ ਜਾਣਾ, ਮੈਂ ਮਿੱਟੀ ਦੀ ਢੇਰੀ ਉੱਤੇ ਹੀ ਲੇਪਣ ਫੇਰੀ ਜਾਣਾ, ਮਿੱਟੀ ਦੀ ਹੀ ਲੇਪਾ ਪੋਚੀ ਕਰੀ ਜਾਣਾ। ਕੱਲੀ ਮਿੱਟੀ ਦੀ ਲੇਪਾ ਪੋਚੀ ਕਰਕੇ ਲਾਭ ਕੀ? ਜਾਂ ਮਿੱਟੀ ਦੀਆਂ ਢੇਰੀਆਂ ਨਾਲ, ਮਿੱਟੀ ਦੀ ਢੇਰੀਆਂ ਨੂੰ ਵੇਖ ਵੇਖ ਕੇ ਵਿਕਾਸ ਕਰਨ ਦਾ ਕੀ ਲਾਭ? ਕੱਲੀ ਸਾਡੀ ਦੇਹੀ ਥੋੜੀ ਮਿੱਟੀ ਦੀ ਢੇਰੀ ਹੈ। ਜੇ ਅਸੀਂ ਪਰਿਵਾਰ ਦੀ ਗੱਲ ਕਰਾਂਗੇ ਤੇ ਉਹ ਕੀ ਨੇ? ਸਰੀਰ ਤੇ ਸਾਰਿਆਂ ਦਾ ਇੱਕੋ ਜਿਹਾ ਹੀ ਹੈ ਨਾ। ਹੁਣ ਇਹ ਨਹੀਂ ਵੀ ਪੁੱਤਰਾਂ ਧੀਆਂ ਨੂੰ ਵੇਖ ਕੇ ਵਿਕਾਸ ਵਿੱਚ ਨਹੀਂ ਆਉਣਾ, ਪਰਿਵਾਰ ਨਾਲ ਪ੍ਰਸੰਨਤਾ ਵਿੱਚ ਨਹੀਂ ਰਹਿਣਾ, ਪਰ ਇੱਥੇ ਮਾਲਕ ਜੀ ਦੇ ਕਹਿਣ ਦਾ ਮਤਲਬ ਇਹ ਹੈ ਕਿ ਖਿਆਲ ਰੱਖੀ ਉਹਨਾਂ ਦੇ ਵਿੱਚ ਹੀ ਗਲਤਾਨ ਹੋ ਕੇ ਨਾ ਰਹਿ ਜੀ। ਜ਼ਿੰਦਗੀ ਵੀ ਸਵਾਰਨੀ ਹੈ, ਜੀਵਨ ਵੀ ਸਵਾਰਨਾ। ਵੇਖੋ ਗੁਰਬਾਣੀ ਨੇ ਨਾ ਸਾਨੂੰ ਜ਼ਿੰਮੇਵਾਰੀ ਤੋਂ ਮੁਨਕਰ ਨਹੀਂ ਜੇ ਕੀਤਾ। ਇੱਕ ਪੁੱਤਰ ਹੋਣ ਦੇ ਨਾਤੇ ਜੋ ਜ਼ਿੰਮੇਵਾਰੀ ਬਣਦੀ ਹੈ, ਗੁਰਬਾਣੀ ਕਹਿੰਦੀ ਹੈ ਉਹ ਨਿਭਾ। ਇੱਕ ਪਿਤਾ ਹੋਣ ਦੇ ਨਾਤੇ ਜਿਹੜੀ ਜ਼ਿੰਮੇਵਾਰੀ ਬਣਦੀ ਹੈ, ਉਸ ਜ਼ਿੰਮੇਵਾਰੀ ਨੂੰ ਨਿਭਾ। ਪਤੀ ਹੋਣ ਦੇ ਨਾਤੇ, ਭਰਾ ਹੋਣ ਦੇ ਨਾਤੇ ਜਿੰਨੀਆਂ ਜ਼ਿੰਮੇਵਾਰੀਆਂ ਬਣਦੀਆਂ ਉਹਨਾਂ ਨੂੰ ਨਿਭਾ। ਇਸੇ ਤਰ੍ਹਾਂ ਧੀ ਹੋਣ ਦੇ ਨਾਤੇ, ਮਾਂ ਹੋਣ ਦੇ ਨਾਤੇ, ਪਤਨੀ ਹੋਣ ਦੇ ਨਾਤੇ, ਭੈਣ ਹੋਣ ਦੇ ਨਾਤੇ ਜਿੰਨੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਨਿਭਾਉਣਾ ਹੈ। ਜ਼ਿੰਮੇਵਾਰੀਆਂ ਤੋਂ ਗੁਰਬਾਣੀ ਨੇ ਸਾਨੂੰ ਮੁਨਕਰ ਨਹੀਂ ਕੀਤਾ, ਸਗੋਂ ਗੁਰਬਾਣੀ ਸਾਨੂੰ ਜ਼ਿੰਮੇਵਾਰ ਬਣਾਉਂਦੀ ਹੈ ਕਿ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ। ਪਰ ਜਿੱਥੇ ਜ਼ਿੰਮੇਵਾਰ ਸਾਨੂੰ ਗੁਰਬਾਣੀ ਨੇ ਬਣਾਇਆ, ਜ਼ਿੰਮੇਵਾਰੀਆਂ ਸਾਂਭਣ ਵਾਸਤੇ ਪ੍ਰੇਰਿਤ ਕੀਤਾ, ਉਥੇ ਨਾਲ ਗੁਰਬਾਣੀ ਨੇ ਇੱਕ ਗੱਲ ਇਹ ਵੀ ਆਖੀ ਹੈ, ਜ਼ਿੰਮੇਵਾਰੀਆਂ ਨਿਭਾਉਂਦਾ ਗਲਤਾਨ ਨਾ ਹੋ ਜੀ। ਇਹ ਵੀ ਖਿਆਲ ਰੱਖੀ ਵੀ ਤੈਨੂੰ ਤੇਰੇ ਪੁੱਤਰ ਧੀਆਂ ਦਿਸਣ, ਤੈਨੂੰ ਤੇਰਾ ਪਰਿਵਾਰ ਤੇ ਦਿਸੇ, ਪਰ ਕਿਤੇ ਇਹ ਨਾ ਹੋਵੇ ਕਿ ਉਹ ਸਾਰੀ ਮਾਇਆ ਦਾ ਰੂਪ ਬਣ ਜਾਣ, ਰੱਬ ਦਿਸੇ ਹੀ ਕੋਈ ਨਾ, ਰੱਬ ਨਜ਼ਰੀ ਕੋਈ ਨਾ ਪਏ। ਰੱਬ ਨਜ਼ਰੀ ਆਉਣ ਤੋਂ ਭਾਵ ਵੀ ਕਿਤੇ ਉਹਨਾਂ ਦੇ ਮੋਹ ਵਿੱਚ, ਉਹਨਾਂ ਦੇ ਪ੍ਰੇਮ ਵਿੱਚ ਇੰਨਾ ਕੁ ਗਲਤਾਨ ਨਾ ਹੋ ਜੀ ਕਿ ਤੈਨੂੰ ਚੰਗੇ ਤੇ ਮੰਦੇ ਕਰਮਾਂ ਦੀ ਪਛਾਣ ਹੀ ਨਾ ਰਹੇ। ਉਹਨਾਂ ਪਿੱਛੇ ਲੱਗ ਕੇ ਕਿਤੇ ਮੰਦੇ ਕਰਮਾਂ ਤੇ ਨਾ ਉਤਰੇ ਆਈ, ਆ ਰੱਬ ਨੂੰ ਭੁੱਲ ਜਾਣਾ। ਜ਼ਿੰਮੇਵਾਰੀਆਂ ਨਿਭਾਉਂਦੇ ਆ। ਇਸੇ ਕਰਕੇ ਤੇ ਬਾਬਾ ਕਬੀਰ ਜੀ ਨੂੰ ਕਹਿਣਾ ਪਿਆ ਨਾ, ਬਹੁ ਪਰਪੰਚ ਕਰ ਪਰ ਧਨ ਲਿਆਵੇਂ ਸੁੱਤ ਦਾਰਾ ਪੈ
ਆਣ ਲੁਟਾਵੇ। ਆ ਗਲਤਾਨ ਹੋਏ ਦੀ ਨਿਸ਼ਾਨੀ ਹੈ। ਮੈਂ ਵੇਖੋ ਨਾ, ਇਨਸਾਨ ਕਮਾਉਂਦਾ ਹੈ, ਧਨ ਦੌਲਤ ਖੱਟਦਾ ਹੈ, ਉਹ ਖੱਟਦਾ ਹੋਇਆ ਕਾਸ਼ ਮੇਰੇ ਬੱਚਿਆਂ ਨੂੰ ਆਹ ਕੁਝ ਚਾਹੀਦਾ, ਅੱਜ ਮੈਂ ਇੰਨੀ ਕੁ ਕਮਾਈ ਕੀਤੀ ਤੇ ਆਪਣੇ ਬੱਚੇ ਲਈ ਆਹ ਕੁਝ ਲੈ ਕੇ ਜਾਣਾ, ਅੱਜ ਮੈਂ ਇੰਨੀ ਕੁ ਕਮਾਈ ਕੀਤੀ ਤੇ ਆਪਣੇ ਪਰਿਵਾਰ ਵਾਸਤੇ ਆਹ ਕੁਝ ਲੈ ਕੇ ਜਾਣਾ, ਇਹੀ ਕੁਝ ਸੋਚੀ ਜਾਂਦਾ। ਹੁਣ ਪਰਿਵਾਰ ਦੀ ਡਿਮਾਂਡ ਹੋਵੇ ਵੱਡੀ ਤੇ ਪਹੁੰਚ ਹੋਵੇ ਕੋਈ ਨਾ, ਸਮਰੱਥਾ ਹੋਵੇ ਕੋਈ ਨਾ, ਫਿਰ ਬੰਦਾ ਕੀ ਕਰਦਾ? ਫਿਰ ਠੱਗੀ, ਫਰੇਬ, ਧੋਖਾ, ਆਹੀ ਰੱਬ ਨੂੰ ਭੁੱਲ ਜਾਣਾ ਹੈ ਤੇ ਪਰਿਵਾਰ ਵਿੱਚ ਗਲਤਾਨ ਹੋ ਜਾਣਾ। ਜ਼ਿੰਮੇਵਾਰੀ ਤੋਂ ਮੁਨਕਰ ਨਹੀਂ, ਨਿਭਾਉਣੀ ਹੈ, ਪਰ ਆਪਣੇ ਪਰਿਵਾਰ ਦੇ ਮਗਰ ਜਾਂ ਪਰਿਵਾਰ ਦੀ ਇੱਛਾ ਨੂੰ ਪੂਰੀਆਂ ਕਰਨ ਲਈ ਆਪਣੇ ਜੀਵਨ ਨੂੰ ਖੂਹ 'ਚ ਸੁੱਟ ਲੈਣਾ ਸਿਆਣਪ ਵੀ ਨਹੀਂ ਹੈ। ਸੰਸਾਰ ਸਮੁੰਦਰ 'ਚ ਡੋਬ ਲੈਣਾ ਸਿਆਣਪ ਵੀ ਨਹੀਂ। ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਉਹਨਾਂ ਕੁ ਖਿਆਲ ਰੱਖੀਏ ਕਿ ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿਲੀ ਜੈ। ਇੰਨਾ ਕੁ ਖਿਆਲ ਅਸੀਂ ਰੱਖ ਕੇ ਚੱਲੀਏ। ਕਹਿੰਦੇ ਚੋਆ ਚੰਦਨ ਲਾਈਐ ਕਾਪੜ ਰੂਪ ਸ਼ਿੰਗਾਰ, ਖੇਹੂ ਖੇਰ ਲਾਈਐ। ਖੇ ਨੇ ਤੇ ਖੇ ਹੀ ਹੋਣਾ, ਮਿੱਟੀ ਨੇ ਮਿੱਟੀ ਦੀ ਢੇਰੀ ਹੀ ਬਣਨਾ, ਖੇ ਨੇ ਖੇ ਵਿੱਚ ਹੀ ਰਲ ਜਾਣਾ ਹੈ। ਕਾਪੜ ਰੂਪ ਸ਼ਿੰਗਾਰ ਜਿਹੜਾ ਕਰਦਾ ਫਿਰਦਾ ਸੀ, ਜੋ ਕੁਝ ਵੀ ਕਰਦਾ ਸੀ, ਇਹ ਸਾਰਾ ਖੇ ਨੇ ਖੇ ਵਿੱਚ ਰਲ ਜਾਣਾ ਤੇ ਫਿਰ ਛੋੜ ਚੱਲੇ ਘਰ ਬਾਹਰ। ਸਾਰੇ ਘਰ ਬਾਹਰ ਜੋ ਕੁਝ ਵੀ ਇਕੱਠਾ ਕਰ ਰਿਹਾ ਸੀ ਸਾਰਾ ਕੁਝ ਛੱਡ ਕੇ ਚੱਲਿਆ। ਸਤਿਗੁਰੂ ਜੀ ਕੀ ਜਦੋਂ ਬਾਣੀ ਪੜ੍ਹਦੇ ਹਨ, ਮਾਲਕ ਜੀ ਬਾਣੀ 'ਚ ਇੱਕ ਥਾਂ ਤੇ ਬੜਾ ਪਿਆਰਾ ਜ਼ਿਕਰ ਕਰਦੇ ਕਿ ਕੋਠੇ ਬਣਾਉਂਦਾ ਹੋਇਆ, ਮੰਡਪ ਬਣਾਉਂਦਾ ਹੋਇਆ, ਮਾੜੀਆਂ ਬਣਾਉਂਦਾ ਹੋਇਆ, ਉਸਾਰੀ ਕਰਦਾ ਹੋਇਆ ਚਲੇ ਗਿਆ। ਤੇ ਕਰਕੇ ਕੀ ਚੱਲਿਆ? ਕੂੜਾ ਸੌਦਾ, ਝੂਠ ਦਾ ਸੌਦਾ ਕਰਕੇ ਚੱਲਿਆ। ਤੇ ਜਿਹੜਾ ਉਹ ਝੂਠ ਦਾ ਸੌਦਾ ਕੀਤਾ ਉਹ ਲੈ ਕੇ ਕਿੱਥੇ ਆ ਗਿਆ? ਗੋਰ ਦੇ ਵਿੱਚ ਲੈ ਕੇ ਆ ਗਿਆ। ਮਤਲਬ ਅਖੀਰ ਤੇ ਮੌਤ ਹੀ ਹੈ ਨਾ। ਕੋਠੇ ਮੰਡਪ ਮਾੜੀਆਂ ਉਸਾਰਿੰਦੇ ਪੀ ਗਏ, ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ, ਅਖੀਰ ਤੇ ਉੱਥੇ ਹੀ ਆ ਗਏ ਨਾ। ਸੌਦਾ ਵੀ ਝੂਠ ਦਾ ਕੀਤਾ, ਹੱਥ ਤੇ ਖਾਲੀ ਹੀ ਲੈ ਕੇ ਚੱਲਿਆ ਨਾ। ਕੋਠੇ ਮੰਡਪ ਮਾੜੀਆਂ ਉਸਰਵਾਉਂਦਾ ਹੋਇਆ ਜਾਂ ਉਸਾਰਦਾ ਹੋਇਆ, ਤੂੰ ਕੀ ਲੈ ਕੇ ਚੱਲਿਆ? ਜੇ ਆਪਾਂ ਸਤਿਗੁਰੂ ਜੀ ਕੀ ਜਦੋਂ ਮਾਲਕ ਜੀ ਬਾਬਾ ਫਰੀਦ ਜੀ ਦੀ ਜਦੋਂ ਅਕਸਰ ਬਾਣੀ ਪੜ੍ਹਦੇ ਆ ਨਾ, ਤੇ ਉਹ ਬਹੁਤ ਸਾਨੂੰ ਮੌਤ ਪ੍ਰਤੀ ਸੁਚੇਤ ਕਰਦੇ ਨੇ ਵੀ ਜੀਵਨ ਗਲਤਾਨ ਹੋ ਕੇ ਨਾ ਗੁਜ਼ਾਰ। ਉਹਨਾਂ ਦੀ ਇਹ ਨਹੀਂ ਵੀ ਉਹ ਸਾਨੂੰ ਡਰਾਉਂਦੇ ਨੇ, ਨਹੀਂ, ਸਾਨੂੰ ਸੁਚੇਤ ਕਰ ਰਹੇ ਵੀ ਜੀਵਨ ਗਲਤਾਨ ਹੋ ਕੇ ਨਾ ਗੁਜ਼ਾਰ। ਜੀਵਨ ਨੂੰ ਚੰਗੇ ਢੰਗ ਨਾਲ ਗੁਜ਼ਾਰ ਵੀ, ਤਾਂ ਜੋ ਇਸ ਜੀਵਨ ਨੂੰ ਤੂੰ ਸਫਲਿਆਂ ਕਰ ਸਕੇ। ਸਮੇਂ ਦਾ ਨਹੀਂ ਪਤਾ ਤੈਨੂੰ ਕਦੋਂ ਮੁੱਕ ਜਾਣਾ ਹੈ। ਕਿਉਂ ਨਾ ਅਸੀਂ ਆਪਣਾ ਹਰ ਪਲ ਆਖਰੀ ਸਮਝ ਕੇ ਜਿਉਈਏ ਵੀ ਸਾਡਾ ਆਹ ਪਲ ਆਖਰੀ ਹੈ। ਤੇ ਬੰਦੇ ਦਾ ਜਦੋਂ ਆਖਰੀ ਪਲ ਹੋਏਗਾ, ਬੰਦਾ ਕਦੇ ਉਦਾਸੀ ਨਹੀਂ ਰੱਖੇਗਾ ਜਾਂ ਕਦੇ ਲੋਭ ਨਹੀਂ ਰੱਖੇਗਾ, ਕਦੇ ਲਾਲਚ ਨਹੀਂ ਰੱਖੇਗਾ। ਉਦੋਂ ਬੰਦੇ ਦੀ ਕੋਸ਼ਿਸ਼ ਹੋਏਗੀ ਵੀ ਮੇਰਾ ਆਖਰੀ ਪਲ ਮੈਂ ਪ੍ਰਸੰਨਤਾ ਨਾਲ ਜਿਉਵਾਂ। ਤੇ ਕਿਉਂ ਨਾ ਅਸੀਂ ਜ਼ਿੰਦਗੀ ਦਾ ਹਰ ਪਲ ਆਖਰੀ ਸਮਝੀਏ ਤੇ ਪ੍ਰਸੰਨਤਾ ਨਾਲ ਰੱਬ ਦੀ ਯਾਦ ਵਿੱਚ ਜਿਉਈਏ। ਬੰਦੇ ਨੂੰ ਪਤਾ ਲੱਗ ਜਾਏ ਨਾ ਵੀ ਹੁਣ ਮੇਰੀ ਮੌਤ ਹੈ, ਬੰਦਾ ਵੈਂਟੀਲੇਟਰ ਤੇ ਪਿਆ ਜਾਂ ਮਰਨ ਕਿਨਾਰੇ ਪਿਆ, ਰੱਬ 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 ਕਰੀ ਜਾਂਦਾ। ਮੌਤ ਵੇਲੇ ਰੱਬ ਚੇਤੇ ਆ। ਕਿਉਂ ਨਾ ਅਸੀਂ ਆਪਣੀ ਮੌਤ ਹਰ ਪਲ ਹੀ ਸਮਝੀਏ ਵੀ ਆਹ ਪਲ ਮੇਰਾ ਆਖਰੀ ਹੈ। ਰੱਬ ਕਦੇ ਨਹੀਂ ਭੁੱਲਦਾ ਵੀ ਆਹ ਜਿਹੜਾ ਸਮਾਂ ਆ ਗਿਆ ਨਾ, ਹੁਣ ਬਸ ਆਹ 5 ਮਿੰਟਾਂ ਬਾਅਦ ਮੇਰੀ ਮੌਤ ਹੈ, 5 ਮਿੰਟ ਨੇ ਮੇਰੇ ਕੋਲ, ਮੈਂ 5 ਮਿੰਟ ਰੱਬ ਰੱਬ ਕਰ ਲਾਂ।
ਇਸੇ ਤਰ੍ਹਾਂ ਫੇਰ ਅਗਲੇ 5 ਮਿੰਟਾਂ ਤੇ ਫਿਰ ਸੋਚ, 5 ਮਿੰਟ ਵੀ ਬੜੀ ਦੂਰ ਦੀ ਗੱਲ ਹੈ। ਅਸੀਂ ਇੱਕ ਇੱਕ ਸਵਾਸ ਸੋਚ ਕੇ ਚੱਲੀਏ ਵੀ ਆਹ ਸਾਹ ਅੰਦਰ ਚੱਲਿਆ, ਇਸ ਸਾਹ ਨਾਲ ਮੈਨੂੰ ਰੱਬ ਚੇਤੇ ਰਵੇ ਕਿਉਂਕਿ ਮੇਰਾ ਆਖਰੀ ਹੈ। ਆਹ ਸਵਾਸ ਹੁਣ ਮੈਂ ਬਾਹਰ ਕੱਢਣ ਲੱਗਿਆ, ਰੱਬ ਚੇਤੇ ਰਵੇ ਕਿਉਂਕਿ ਇਹ ਸਵਾਸ ਮੈਂ ਆਖਰੀ ਲੈਣ ਲੱਗਿਆ। ਜ਼ਿੰਦਗੀ ਕਿੱਡੀ ਖੁਸ਼ਹਾਲ ਹੋਏਗੀ, ਕਿੰਨੀ ਪ੍ਰਸੰਨਤਾ ਵਾਲੀ ਜ਼ਿੰਦਗੀ ਹੋਏਗੀ। ਅਖੀਰ ਆ ਕੇ ਤੇ ਉੱਥੇ ਨਾ ਇਹ ਜਿਹੜੀ ਦੇਹੀ ਹੈ, ਮਾਲਕ ਪਾਤਸ਼ਾਹ ਜੀ ਕਹਿੰਦੇ ਵੀ 3.5 ਮਣ ਦੇਹੁਰੀ ਚੱਲੇ ਪਾਣੀ ਅੰਨ, ਚੱਲਦੀ ਤੇ ਪਾਣੀ ਅੰਨ ਦੇ ਆਸਰੇ ਹੀ ਹੈ ਨਾ। ਤੇ ਬੰਦਾ ਦੁਨੀਆ 'ਚ ਕੀ ਆਇਆ? ਵੱਤ ਅਸੂਣੀ ਬੰਨ। ਪਰ ਇਹਦੀ ਅਸਲ ਸੱਚਾਈ ਇਹ ਹੈ, ਕਾਰਜ 3.5 ਹੱਥ, ਘਣੀ ਤਾਂ 4.25। ਬਸ ਇੰਨੀ ਕੁ ਥਾਂ ਲਈ ਬੰਦਾ ਨਾ ਕਿੰਨੇ ਹੱਥ ਪੈਰ ਮਾਰਦਾ ਸਾਰੀ ਜ਼ਿੰਦਗੀ। ਕਿੱਲਿਆਂ ਦੇ ਕਿੱਲੇ ਇਕੱਠੇ ਕਰ ਲਏ, 100-100, 200-200, 300-300 ਕਿੱਲਾ, ਪਤਾ ਹੀ ਨਹੀਂ ਪ੍ਰਾਪਰਟੀ ਕਿੰਨੀ ਕੁ ਬਣਾ ਲਈ। ਅਖੀਰ ਕੀ ਦੇ ਦੇਣਗੇ? ਜਿਹੜੀ ਇਕੱਠੀ ਕੀਤੀ ਪ੍ਰਾਪਰਟੀ ਉਹਦੇ ਚ ਤੈਨੂੰ ਕੀ ਮਿਲ ਜਾਏਗਾ? 3.5 ਹੱਥ, ਘਣੀ ਤਾਂ 4.25। ਇਦੋਂ ਵੱਧ ਨਹੀਂ ਕਿਸੇ ਨੇ ਦੇਣਾ ਕੁਛ ਵੀ। ਇਹ ਤੇ ਕਹਿ ਸਕਦੇ ਆ ਨਾ ਵੀ ਸਮੇਂ ਹਾਲਾਤ ਉਸ ਤਰ੍ਹਾਂ ਦੇ ਸੀ। ਅੱਜ ਤੇ ਉਹ 3.5 ਤੇ 4.25 ਹੱਥ ਵੀ ਨਹੀਂ ਮਿਲਦੀ। ਸਾਡੇ ਤੋਂ ਪਹਿਲਾਂ ਉਹ 3.5 4.25 ਤੇ ਕਿੰਨਿਆਂ ਨੂੰ ਫੂਕਤਾ ਕੋਈ ਗਿਣਤੀ ਨਹੀਂ। ਸਾਡੇ ਤੋਂ ਮਗਰੋਂ ਕਿੰਨਿਆਂ ਨੂੰ ਫੂਕ ਦੇਣਾ ਕੋਈ ਗਿਣਤੀ ਨਹੀਂ। ਉੱਥੇ ਕਿਹੜਾ ਦਫਨਾਇਆ ਜਾਣਾ? ਹਾਂ, ਦਫਨਾਇਆ ਜਾਏ ਬੰਦਾ ਕਹਿ ਸਕਦਾ ਵੀ 3.5 ਹੱਥ 4.25 ਮਿਲ ਗਈ ਭਾਈ। ਹੁਣ ਦਫਨਾਇਆ ਥੋੜੀ ਜਾਣਾ, ਅਗਲੇ ਨੇ ਤੇ ਅੱਗ ਲਾ ਦੇਣੀ ਹੈ, ਸਾੜ ਦੇਣਾ। ਸ਼ਮਸ਼ਾਨ ਭੂਮੀ ਦੇ ਵਿੱਚ ਉਹ ਜਿਹੜੇ ਬਣਾਏ ਹੋਏ ਨੇ ਜਿੱਥੇ ਦੇਹੀ ਨੂੰ ਰੱਖ ਕੇ ਸੰਸਕਾਰ ਕੀਤਾ ਜਾਂਦਾ, ਲਾਂਬੂ ਲਾਇਆ, ਉੱਥੇ ਕਿੰਨੇ ਸਾੜੇ ਜਾਂਦੇ ਇੱਕ ਦਿਨ ਵਿੱਚ। ਤੇ ਜਿਹੜੇ ਥਾਂ ਉੱਤੇ ਸਾਨੂੰ ਪਾਇਆ ਜਾਣਾ, ਅਸੀਂ ਇਹ ਦਾਅਵਾ ਤੇ ਨਹੀਂ ਨਾ ਕਰ ਸਕਦੇ ਵੀ ਮੈਂ ਪਹਿਲਾ ਬੰਦਾ ਜਿਹੜਾ ਉੱਥੇ ਸਾੜਿਆ ਜਾਵਾਂਗਾ ਤੇ ਆਖਰੀ ਆ, ਮੇਰੀ ਥਾਂ ਤੇ ਦੂਜਾ ਨਹੀਂ ਕਿਸੇ ਨੇ ਸਾੜਨਾ। ਕੋਈ ਦਾਅਵਾ ਨਹੀਂ। ਮੇਰੇ ਤੋਂ ਪਹਿਲੋਂ ਕਈ ਸੜ ਗਏ, ਮੇਰੇ ਤੋਂ ਮਗਰੋਂ ਕਈਆਂ ਨੂੰ ਸਾੜਦਾ। 3.5 4.25 ਵੀ ਨਹੀਂ ਮਿਲੀ ਹੁੰਦੀ। ਸਾਰੀ ਜ਼ਿੰਦਗੀ ਇਕੱਠਾ ਕਿੰਨਾ ਕੁਛ ਕੀਤਾ। ਸਤਿਗੁਰੂ ਜੀ ਨੇ ਇਸੇ ਪੱਖ ਨੂੰ ਲੈ ਕੇ ਸਾਨੂੰ ਸਮਝਾਇਆ ਕਿ ਪਰਿਵਾਰ ਨੂੰ ਵੇਖ ਕੇ ਪ੍ਰਸੰਨ ਹੋ, ਪੁੱਤਰਾਂ ਧੀਆਂ ਨਾਲ ਆਪਣੀ ਜ਼ਿੰਦਗੀ ਨੂੰ ਗੁਜ਼ਾਰ, ਪਰ ਗਲਤਾਨ ਹੋ ਕੇ ਨਾ ਗੁਜ਼ਾਰੀ। ਉਹਨਾਂ ਮਗਰ ਲੱਗ ਕੇ ਕਿਤੇ ਜਾਂ ਉਹਨਾਂ ਕਰਕੇ ਕਿਤੇ ਪਰਪੰਚ ਨਾ ਕਰਦਾ ਫਿਰੀ, ਕਪਟ ਨਾ ਕਰਦਾ ਫਿਰੀ, ਕਿਉਂਕਿ ਨਤੀਜਾ ਤੇ ਰਿਜ਼ਲਟ ਤੈਨੂੰ ਮਿਲਣਾ, ਪਰਿਵਾਰ ਨੂੰ ਨਹੀਂ ਮਿਲਣਾ। ਲੇਖਾ ਤੈਨੂੰ ਦੇਣਾ ਪੈਣਾ, ਹਿਸਾਬ ਤੇਰੇ ਕਰਮਾਂ ਦਾ ਹੋਣਾ। ਕਰਮ ਤੂੰ ਮਾਰਾ ਕਰਕੇ ਆਇਆ, ਪੁੱਛਿਆ ਤੈਨੂੰ ਜਾਏਗਾ। ਤੇ ਜੋ ਕੁਝ ਵੀ ਇਕੱਠਾ ਕੀਤਾ ਛੋੜ ਚੱਲੇ, ਘਰ-ਬਾਰ ਸਾਰਾ ਕੁਝ ਸਾਹਿਬ ਕਹਿੰਦੇ ਛੱਡ ਕੇ ਹੀ ਜਾਏਗਾ। ਇਹਨਾਂ ਦੇ ਵਿੱਚੋਂ ਇੱਕ ਵੀ ਵਸਤੂ ਤੇ ਪਦਾਰਥ ਤੈਨੂੰ ਨਹੀਂ ਮਿਲਣਾ। ਠੀਕ ਉਸੇ ਤਰ੍ਹਾਂ ਜਿਵੇਂ ਸਮਾਂ ਤੇ ਹਾਲਾਤ ਨਾ ਬਹੁਤ ਕੁਝ ਤਬਦੀਲ ਕਰਦਾ। ਇੱਕ ਸਮਾਂ ਸੀ ਜਦੋਂ ਸਿੱਖ ਰਾਜ ਸਥਾਪਿਤ ਹੋਇਆ। ਗੁਰੂ ਘਰਾਂ ਦੇ ਪ੍ਰਬੰਧ ਵੀ ਸਿੱਖਾਂ ਦੇ ਹੱਥ ਵਿੱਚ। ਬੰਦਾ ਸਿੰਘ ਬਹਾਦਰ ਦਾ ਵੇਲਾ, ਹਰ ਗੁਰੂ ਘਰ ਦਾ ਪ੍ਰਬੰਧ ਉਸ ਤਰੀਕੇ ਚੱਲਦਾ ਸੀ ਜਿਵੇਂ ਲੋੜੀਂਦਾ ਸੀ, ਜਿਵੇਂ ਚਾਹੀਦਾ ਸੀ। ਸਮੇਂ ਨੇ ਕਰਵਟ ਖਾਧੀ, ਹਾਲਾਤ ਬਦਲ ਗਏ। ਹਾਲਾਤ ਐਸੇ ਬਦਲੇ ਕਿ ਸਿੱਖਾਂ ਨੂੰ ਘਰਾਂ ਵਿੱਚ ਰਹਿਣਾ ਵੀ ਔਖਾ ਹੋ ਗਿਆ। ਘਰ ਛੱਡ ਕੇ ਜੰਗਲਾਂ ਵਿੱਚ ਰਹਿਣਾ ਪਿਆ। ਪਰਿਵਾਰ, ਕੋਈ ਕਿਤੇ ਪਰਿਵਾਰ ਦਾ ਜੀ ਤੇ ਕੋਈ ਕਿਤੇ ਪਰਿਵਾਰ ਦਾ ਜੀ। ਹਾਲਾਤਾਂ ਨੇ ਤਬਦੀਲ ਕਰਤਾ ਨਾ ਸਾਰਾ ਕੁਝ। ਸਮੇਂ ਨੇ ਕਰਵਟ ਖਾਧੀ, ਹਾਲਾਤ ਗਏ ਬਦਲ। ਜਿਹੜੇ ਬਾਦਸ਼ਾਹਾਂ ਵਾਂਗੂ ਜਿਉਂਦੇ ਸਨ ਉਹੀ ਉਹ ਸਿੱਖ ਜੰਗਲਾਂ 'ਚ ਜਾ ਕੇ ਰਹਿਣ ਲੱਗ ਪਏ।
ਕਿਉਂ? ਹਰ ਬੰਦਾ ਸਿੱਖਾਂ ਦਾ ਵੈਰੀ ਬਣ ਗਿਆ, ਨਗਰ ਵਿੱਚ ਰਹਿਣ ਵਾਲੇ ਵੈਰੀ ਬਣ ਗਏ, ਜਿਹੜੇ ਸਰਕਾਰੀ ਗੁਲਾਮ ਸਨ ਉਹ ਵੈਰੀ ਬਣੇ, ਨਹੀਂ ਤੇ ਨਗਰ ਬਹੁਤ ਪਿਆਰ ਕਰਦਾ। ਜਿਵੇਂ ਆਪਾਂ ਇੱਕੋ ਸਿਰਫ ਉਦਾਹਰਨ ਰੱਖਣੀ, ਮੈਂ ਗੱਲ ਕਰਨ ਲੱਗਾ ਚਾਬੀਆਂ ਦੇ ਮੋਰਚੇ ਦੀ। ਹਰ ਭਗਤ ਨਿਰੰਜਣੀ ਹੈ, ਭਾਈ ਤਾਰੂ ਸਿੰਘ ਦੇ ਖਿਲਾਫ ਹੈ, ਬਾਕੀ ਸਾਰਾ ਪਿੰਡ ਨਾਲ ਖੜਾ। ਇਸੇ ਤਰ੍ਹਾਂ ਹਰ ਪਿੰਡ ਵਿੱਚ ਕੋਈ ਇੱਕ ਅੱਧਾ ਹੈ ਜਿਹੜਾ ਖਿਲਾਫ ਹੈ, ਬਾਕੀ ਸਾਰਾ ਪਿੰਡ ਨਾਲ ਖੜੋ ਜਾਂਦਾ, ਕਿਉਂਕਿ ਪਤਾ ਭਈ ਇਹਨਾਂ ਦੇ ਆਸਰੇ ਅਸੀਂ ਜਿਉਂਦੇ ਆ। ਹਾਲਾਤ ਸਮੇਂ ਨੇ ਐਸੀ ਕਰਵਟ ਖਾਧੀ ਕਿ ਜੰਗਲਾਂ ਵਿੱਚ ਜਾ ਕੇ ਰਹਿਣਾ ਪਿਆ, ਜਿਸ ਕਰਕੇ ਗੁਰੂ ਘਰਾਂ ਤੇ ਧਰਮਸ਼ਾਲਾਵਾਂ ਦੇ ਉੱਤੇ ਕਬਜ਼ੇ ਵੀ ਸਰਕਾਰੀ ਹੋ ਗਏ। ਸਰਕਾਰੀ ਕਬਜ਼ੇ ਹੋਏ, ਉਹਨਾਂ ਨੇ ਆਪਣੀ ਮਰਜ਼ੀ ਦੇ ਬੰਦੇ ਉੱਥੇ ਪ੍ਰਬੰਧ ਚਲਾਉਣ ਵਾਲੇ ਲਾਤੇ, ਵੀ ਤੁਸੀਂ ਆਪਣੀ ਮਰਜ਼ੀ ਨਾਲ ਪ੍ਰਬੰਧ ਚਲਾਉਣਾ। ਉਹ ਜਿਹੜੇ ਮਰਜ਼ੀ ਨਾਲ ਪ੍ਰਬੰਧ ਚਲਾਉਣ ਵਾਲੇ ਸਨ, ਉਹਨਾਂ ਦੇ ਮਨ ਵਿੱਚ ਲੋਭ ਔਰ ਲਾਲਚ ਆ ਬਣਿਆ। ਲੋਭ ਔਰ ਲਾਲਚ ਕੀ ਕਹਿੰਦਾ ਹੈ? ਜੋ ਹੈ ਆਪਣਾ ਹੀ ਹੈ, ਇੱਥੇ ਕਿਹੜਾ ਕਿਸੇ ਨੇ ਪੁੱਛਣਾ ਹੈ। ਬਸ ਉਹਨਾਂ ਨੇ ਇੱਕ ਤਰਕੀਬ ਬਣਾ ਲਈ ਵੀ ਜਿੰਨੀ ਆਮਦਨ ਹੈ ਉਹਦੇ ਵਿੱਚੋਂ ਕੁਝ ਕੁ ਹਿੱਸਾ ਸਰਕਾਰ ਨੂੰ ਦੇ ਦਿਓ, ਬਾਕੀ ਆਪ ਖਾ ਜਾਓ। ਮਹੰਤ ਬਣ ਕੇ ਬਹਿ ਗਏ। ਜਦੋਂ ਮਹੰਤ ਬਣ ਕੇ ਬੈਠੇ, ਪ੍ਰਬੰਧ ਸਾਰਾ ਆਪਣੇ ਹੱਥਾਂ 'ਚ ਲੈ ਲਿਆ, ਲੋਕਾਂ ਦੇ ਨਾਲ ਬਦਸਲੂਕੀ ਸ਼ੁਰੂ ਕਰ ਲਈ। ਜਿਹੜਾ ਵੀ ਆਉਂਦਾ ਹੈ ਉਹ ਡਰਦਾ ਹੈ ਕਿਤੇ ਉੱਥੇ ਬਦਸਲੂਕੀ ਨਾ ਹੋਵੇ। ਆਹੀ ਕਾਰਨ ਸੀ ਨਾ ਨਨਕਾਣਾ ਸਾਹਿਬ ਦਾ ਕਬਜ਼ਾ ਲੈਣਾ, ਨਨਕਾਣਾ ਸਾਹਿਬ ਦਾ ਮੋਰਚਾ ਲਾਉਣਾ, ਹਰਮੰਦਰ ਸਾਹਿਬ ਆ ਕੇ ਮੱਸੇ ਰੰਗੜ ਨੂੰ ਝਟਕਾਉਣਾ। ਕੀ ਕਾਰਨ ਸੀ? ਇਹੋ ਕਾਰਨ। ਕਿਉਂ? ਉਹ ਸਾਰੇ ਕਾਬਜ ਬਣ ਕੇ ਬਹਿ ਗਏ। ਐਸੇ ਕਾਬਜ ਬਣੇ ਵੀ ਉਹਨਾਂ ਨੇ ਗੁਰੂ ਘਰ ਦਾ ਸਨਮਾਨ ਤੇ ਅਦਬ ਵੀ ਖਿਆਲ ਵਿੱਚ ਨਹੀਂ ਰੱਖਿਆ, ਆਪਣੇ ਤੱਕ ਸੀਮਤ ਹੋ ਗਏ। ਜਿਸ ਕਰਕੇ ਸਿੱਖਾਂ ਦਾ ਜਿੰਨਾ ਜ਼ਮੀਨ ਜਾਇਦਾਦ ਗੁਰੂ ਘਰਾਂ ਧਰਮਸ਼ਾਲਾਵਾਂ ਦੇ ਨਾਮ ਸੀ, ਉਹਨਾਂ ਤੇ ਕਾਬਜ ਵੀ ਇਹ ਮਹੰਤ ਬਣ ਕੇ ਬਹਿ ਗਏ ਔਰ ਆਪਣੀ ਨਿੱਜੀ ਜਾਇਦਾਦ ਸਮਝਣ ਲੱਗ ਪਏ ਵੀ ਸਾਡੀ ਨਿੱਜੀ ਹੈ। ਜਦੋਂ ਨਿੱਜੀ ਸਮਝਣ ਲੱਗ ਪਏ, ਉਹ ਸਾਰਾ ਧਨ ਦੌਲਤ ਜੋ ਗੁਰੂ ਘਰ ਦਾ ਹੁੰਦਾ ਸੀ ਜਾਂ ਭੇਟਾਵਾਂ ਹੁੰਦੀਆਂ ਸਨ, ਉਹ ਇਹਨਾਂ ਨੇ ਆਪਣੇ ਪਰਸਨਲੀ ਯੂਜ਼ ਲਈ ਵਰਤਣੀਆਂ ਸ਼ੁਰੂ ਕਰ ਲਈਆਂ। ਤੇ ਸਿੱਖਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਚਾਬੀਆਂ ਦਾ ਮੋਰਚਾ ਆਰੰਭ ਕਿੱਥੋਂ ਹੁੰਦਾ? ਫਿਰ ਹਰਮੰਦਰ ਸਾਹਿਬ ਦਾ ਤੋਸ਼ਾਖਾਨਾ ਹੈ, ਜਿਹਦੇ ਲਈ ਚਾਬੀਆਂ ਦਾ ਮੋਰਚਾ ਲੱਗਦਾ ਵੀ ਇਸ ਤੋਸ਼ੇਖਾਨੇ ਦੀਆਂ ਕਿਉਂਕਿ ਜਦੋਂ ਗੁਰੂ ਘਰਾਂ ਦੇ ਪ੍ਰਬੰਧਾਂ ਵਿੱਚ ਇਸ ਤਰੀਕੇ ਗਿਰਾਵਟ ਵੇਖੀ, ਫਿਰ ਇੱਕ ਕਮੇਟੀ ਬਣਾਈ ਜਾਂਦੀ ਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਦੋਂ ਸਿਰਜਣਾ ਹੁੰਦੀ 1920 ਵਿੱਚ। ਇਸੇ ਕਰਕੇ ਹੋਈ ਕਿ ਜਿੰਨੇ ਗੁਰੂ ਘਰਾਂ ਦੇ ਪ੍ਰਬੰਧ ਨੇ ਉਹ ਸਾਰੇ ਇੱਕ ਕਮੇਟੀ ਸੰਭਾਲੇ, ਤਾਂ ਜੋ ਗੁਰੂ ਘਰਾਂ ਦਾ ਅਦਬ ਤੇ ਸਤਿਕਾਰ ਖਿਆਲ ਵਿੱਚ ਰੱਖਿਆ ਜਾ ਸਕੇ, ਅਦਬ ਤੇ ਸਤਿਕਾਰ ਬਹਾਲ ਕੀਤਾ ਜਾ ਸਕੇ, ਅਦਬ ਤੇ ਸਤਿਕਾਰ ਗੁਰੂ ਕਾ, ਗੁਰੂ ਕੀ ਸੰਗਤ ਕਾ, ਗੁਰੂ ਕੇ ਸਿੱਖਾਂ ਦਾ ਬਰਕਰਾਰ ਰੱਖਿਆ ਜਾ ਸਕੇ। ਇੱਥੇ ਜਿਹੜਾ ਇੱਜ਼ਤ ਨਾਲ ਆਵੇ ਉਹ ਇੱਜ਼ਤ ਨਾਲ ਜਾਵੇ, ਇੱਥੇ ਬੇਪੱਤੀ ਕਰਵਾ ਕੇ ਨਾ ਜਾਏ। ਕਿਉਂਕਿ ਮੱਸਾ ਰੰਗੜ ਤੇ ਨਨਕਾਣਾ ਸਾਹਿਬ ਬੈਠਾ ਨਰੈਣੂ ਮਹੰਤ ਕੀ ਕਰਦਾ ਸੀ? ਇਹੀ ਕੁਝ ਕਰਦਾ ਸੀ ਵੀ ਜਿੰਨੇ ਆਉਂਦਾ ਤੇ ਉਹ ਇੱਜ਼ਤ ਨਾਲ ਸੀ। ਪਰ ਅਫਸੋਸ, ਜਿਸ ਘਰ ਦੇ ਵਿੱਚੋਂ ਬੇਪੱਤੀਆਂ ਨੂੰ ਵੀ ਇੱਜ਼ਤ ਮਿਲਦੀ ਸੀ ਨਾ, ਇੱਜ਼ਤ ਵਾਲੇ ਇੱਥੋਂ ਆ ਕੇ ਬੇਪੱਤ ਹੋ ਕੇ ਜਾਂਦੇ ਰਹੇ। ਸਿਰਫ ਇਹਨਾਂ ਮਹੰਤਾਂ ਕਰਕੇ, ਗੁਰੂ ਕਰਕੇ ਨਹੀਂ। ਗੁਰੂ ਘਰ ਤੇ ਅੱਜ ਵੀ ਤੇ ਉਦੋਂ ਵੀ ਉਹੀ ਸਨ। ਮਹੰਤਾਂ ਕਰਕੇ ਬੇਪੱਤ ਹੋ ਕੇ ਜਾਂਦੇ ਰਹੇ। ਸਿੱਖਾਂ ਨੇ ਇਹਦੇ ਖਿਲਾਫ ਫਿਰ ਕਮੇਟੀ ਜਿਹੜੀ
ਉਹਦੀ ਸਿਰਜਣਾ ਕੀਤੀ, ਉਲੀਕੀ, ਉਹਦੇ ਵਿੱਚ ਬੜੇ ਸੂਝਵਾਨ ਤੇ ਵਿਦਵਾਨ ਪੁਰਸ਼ ਆਗੂ ਬਣਾ ਕੇ ਨਿਵਾਜੇ ਗਏ ਤੇ ਉਹਨਾਂ ਨੇ ਫਿਰ ਹਰ ਗੁਰੂ ਘਰ ਦਾ ਪ੍ਰਬੰਧ ਲੈਣ ਵਾਸਤੇ ਮੋਰਚਾ ਲਾਉਣਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਫਿਰ ਉਹ ਪ੍ਰਬੰਧਕ ਕਮੇਟੀ ਦੁਆਰਾ ਚਾਬੀਆਂ ਦਾ ਮੋਰਚਾ ਲਾਇਆ ਜਾਂਦਾ, ਹਰਮੰਦਰ ਸਾਹਿਬ ਦੇ ਤੋਸੇਖਾਨੇ ਦੀਆਂ ਚਾਬੀਆਂ ਲੈਣ ਵਾਸਤੇ। ਇਹਨੂੰ ਚਾਬੀਆਂ ਦਾ ਮੋਰਚਾ ਕਹਿ ਕੇ ਫਿਰ ਨਵਾਜਿਆ ਜਾਂਦਾ ਹੈ। ਫਿਰ ਉਹ ਜਦੋਂ ਮੋਰਚਾ ਲਾਇਆ ਗਿਆ, ਲੱਗੇ ਹੋਏ ਮੋਰਚੇ ਦੇ ਖਿਲਾਫ ਸਰਕਾਰ ਨੇ ਕੋਸ਼ਿਸ਼ਾਂ ਬਹੁਤ ਕੀਤੀਆਂ, ਯਤਨ ਬਹੁਤ ਕੀਤੇ ਕਿ ਅਸੀਂ ਇਹਨੂੰ ਖਤਮ ਕਰੀਏ, ਪਰ ਉਸ ਵਕਤ ਸਿੱਖਾਂ ਦੀ ਸੋਚ ਬਣ ਚੁੱਕੀ ਸੀ ਵੀ ਹੁਣ ਅਸੀਂ ਗੁਰੂ ਘਰਾਂ ਦੇ ਉੱਤੇ ਹੋਏ ਕਾਬਜ਼ ਜਿੰਨੇ ਵੀ ਨੇ ਉਹਨਾਂ ਤੋਂ ਸਾਰੇ ਗੁਰੂ ਘਰ ਬਹਾਲ ਕਰਾਉਣੇ, ਕਬਜ਼ਾ ਉਹਨਾਂ ਤੋਂ ਛਡਵਾਉਣਾ। ਤੇ ਸਿੱਖਾਂ ਨੇ ਮੋਰਚਿਆਂ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਤੇ ਫਿਰ ਉਹਨਾਂ ਮੋਰਚਿਆਂ ਅੱਗੇ ਚਾਹੇ ਸਰਕਾਰ ਕਹਿ ਲਈਏ ਤੇ ਚਾਹੇ ਜ਼ਾਲਮ ਉਹ ਲੋਕ ਮਹੰਤ ਕਹਿ ਲਈਏ, ਜਿਹੜੇ ਉੱਥੇ ਗੁਰੂ ਘਰਾਂ ਵਿੱਚ ਆਪਣੇ ਆਪ ਨੂੰ ਮਾਲਕ ਮੰਨ ਕੇ ਬੈਠੇ ਸਨ, ਉਹਨਾਂ ਨੂੰ ਫਿਰ ਸਿੱਖਾਂ ਦੇ ਅੱਗੇ ਗੋਡੇ ਟੇਕਣੇ ਪਏ ਤੇ ਸਾਰੇ ਗੁਰੂ ਘਰਾਂ ਦੇ ਪ੍ਰਬੰਧ ਸਿੱਖਾਂ ਨੂੰ ਦੇਣੇ ਪਏ। ਸਤਿਗੁਰੂ ਪਾਤਸ਼ਾਹ ਸਾਨੂੰ ਸਭਨਾਂ ਨੂੰ ਸਮਤ ਬਖਸ਼ਿਸ਼ ਕਰਕੇ ਨਿਵਾਜਣ, ਗੁਰੂ ਪਾਤਸ਼ਾਹ ਜੀ ਦੇ ਬਖਸ਼ੇ ਉਪਦੇਸ਼ਾਂ ਮੁਤਾਬਕ ਜ਼ਿੰਦਗੀ ਜਿਉਣੀ ਸਾਨੂੰ ਆ ਜਾਏ ਔਰ ਜ਼ਿੰਦਗੀ ਨੂੰ ਜਿਉਂਦਿਆਂ ਹੋਇਆਂ ਜੀਵਨ ਮਾਲਕ ਦੇ ਆਸ਼ੇ ਮੁਤਾਬਕ ਹੋਵੇ। ਜਿਵੇਂ ਸਤਿਗੁਰੂ ਉਪਦੇਸ਼ ਦੇ ਰਹੇ ਨੇ ਕਿ ਅਸੀਂ ਹਰ ਇੱਕ ਜ਼ਿੰਮੇਵਾਰੀ ਨੂੰ ਨਿਭਾਈਏ, ਪਰ ਅਕਾਲ ਪੁਰਖ ਪਰਮੇਸ਼ਵਰ ਦਾ ਚਿੰਤਨ ਸਾਡੇ ਹਿਰਦੇ ਵਿੱਚੋਂ ਵਿਸਰੇ ਨਾ, ਯਾਦ ਹਮੇਸ਼ਾ ਉਸ ਮਾਲਕ ਦੀ ਹਿਰਦੇ ਵਿੱਚ ਬਣੀ ਰਹੇ ਤੇ ਹੱਥ ਜੋੜ ਕੇ ਤੇ ਸਾਨੂੰ ਸਾਹਿਬ ਅੱਗੇ ਆਖਣਾ ਆ ਜਾਏ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਰਸ ਪਿਆ ਮਿਹਰਮਤ ਹੋਈ, ਤਰਸ ਪਿਆ ਮਿਹਰਮਤ ਹੋਈ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੇ ਸਿਰਾਂ ਉੱਤੇ ਆਪਣਾ ਬਖਸ਼ਿਸ਼ ਭਰਿਆ ਮਿਹਰ ਭਰਿਆ ਹੱਥ ਰੱਖਣ, ਤਾਂ ਜੋ ਸਾਡੇ ਵੀ ਜੀਵਨ ਅਸੀਂ ਸਫਲ ਕਰਕੇ ਸੰਸਾਰ ਤੋਂ ਜਾਈਏ। ਆਪਣੇ ਦਰੋਂ ਘਰੋਂ ਸਤਿਗੁਰੂ ਜੀ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਪੁੱਤਾ ਦੇਖ ਵਿਗਸੀਐ, ਨਾਰੀ ਸੇਜ ਪਤਾਰ, ਚੋਆ ਚੰਦਨ ਲਾਈਐ, ਕਾਪੜ ਰੂਪ ਸ਼ਿੰਗਾਰ, ਖੇਹੂ ਖੇਹ ਰਲਾਈਐ,
ਛੋੜ ਚੱਲੇ ਘਰ ਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।